ਰੱਬ ਸੋਹਣੇ ਦੀਆਂ ਸੋਹਣੀਆਂ ਮਿੱਠੀਆਂ ਤੇ ਪਿਆਰੀਆਂ ਗੱਲਾਂ ਲੈ ਕੇ ਪ੍ਰੋਗਰਾਮ ਸੱਚੀਆਂ ਗੱਲਾਂ ਵਿੱਚ ਮੈਂ ਤੁਹਾਡਾ ਆਪਣਾ ਪਾਦਰੀ ਸੈਮਸਨ ਜਾਵੇਦ ਰਜਤ ਪੌਲ ਐਮੈਨੂਅਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੇ ਸਾਰਿਆਂ ਵੱਲੋਂ ਸਲਾਮ ਕਬੂਲ ਕਰੋ। ਸਲਾਮ ਉਮੀਦ ਹੈ ਕਿ ਇਹ ਸਾਡੀ ਇੱਕ ਨਵੀਂ ਕਾਵਿਸ਼ ਹੈ ਤੇ ਤੁਹਾਨੂੰ ਪਸੰਦ ਆਏਗੀ। ਔਰ ਇਸ ਪ੍ਰੋਗਰਾਮ ਨੂੰ ਪਹਿਲੋਂ ਵੀ ਅਸੀਂ ਕਰਦੇ ਰਹੇ ਹਾਂ, ਲੇਕਿਨ ਇੱਕ ਹੋਰ ਚੈਨਲ ਤੋਂ। ਲੇਕਿਨ ਅਸੀਂ ਫਿਰ ਸੋਚਿਆ ਕਿ ਕਿਉਂ ਨਾ ਆਪਣੀ ਮੂੰਹ ਬੋਲੀ ਮਾਂ ਬੋਲੀ ਜਿਹੜੀ ਹੈ ਉਹਦੇ 'ਚ ਫਿਰ ਇੱਕ ਪ੍ਰੋਗਰਾਮ ਜਿਹੜਾ ਉਹ ਸ਼ੁਰੂ ਕੀਤਾ ਜਾਏ। ਸੋ ਉਮੀਦ ਹੈ ਆਪਣੀ ਰਾਏ ਨਾਲ ਸਾਨੂੰ ਅਗਾਹ ਕਰੋਗੇ, ਦੱਸੋਗੇ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਲੱਗਾ। ਮੈਂ ਸ਼ੁਕਰਗੁਜ਼ਾਰ ਹਾਂ ਡਾਕਟਰ ਰਜਤ ਦਾ ਔਰ ਬ੍ਰਦਰ ਇਮੈਨੂਅਲ ਗੁਲਾਮ ਮਸੀਹ ਦਾ ਕਿ ਉਹ ਮੇਰੇ ਨਾਲ ਇਸ ਪ੍ਰੋਗਰਾਮ 'ਚ ਸ਼ਾਮਲ ਹੁੰਦੇ ਨੇ ਔਰ ਮੇਰੇ ਨਾਲ ਹੋਣਗੇ। ਸੋ ਉਮੀਦ ਕਰਨਾ ਕਿ ਇਹ ਪ੍ਰੋਗਰਾਮ ਤੁਹਾਨੂੰ ਅੱਛਾ ਲੱਗੇਗਾ। ਆਓ ਫਿਰ ਅੱਜ ਦੇ ਟੌਪਿਕ ਵੱਲ ਚੱਲੀਏ ਤੇ ਉਹਦੇ 'ਚ ਅਸੀਂ ਖਾਸ ਤੌਰ 'ਤੇ ਅੱਜ ਦੁਆ ਦੇ ਬਾਰੇ ਗੱਲ ਕਰਾਂਗੇ। ਔਰ ਮੈਂ ਬ੍ਰਦਰ ਜੀ ਨੂੰ ਕਹਾਂਗਾ ਕਿ ਉਹ ਰੋਮੀਆਂ ਦਾ ਨਾਂ ਖੱਤ ਜਿਹੜਾ ਪੌਲੁਸ ਨੇ ਲਿਖਿਆ ਉਹਦਾ ਪਹਿਲਾ ਬਾਬ ਉਹਦੀ 8ਵੀਂ ਆਇਤ ਤੋਂ ਲੈ ਕੇ 15ਵੀਂ ਆਇਤ ਤੱਕ ਪਹਿਲੂ ਪੜ੍ਹਨ। ਅਸੀਂ ਪਰਮੇਸ਼ਰ ਦੇ ਵਚਨ ਚੋਂ ਪੜਾਂਗੇ। ਪੌਲੁਸ ਰਸੂਲ ਦੀ ਪੱਤਰੀ ਜਿਹੜੇ ਰੋਮੀਆਂ ਨੂੰ ਲਿਖੀ ਗਈ ਉਹਦਾ ਪਹਿਲਾ ਅਧਿਆਇ ਉਹਦੀ 8 ਆਇਤ ਤੋਂ ਲੈ ਕੇ 15 ਤੱਕ। ਪਰਮੇਸ਼ਰ ਦੇ ਕਲਾਮ 'ਚ ਇਸ ਤਰ੍ਹਾਂ ਲਿਖਿਆ, ਪਹਿਲਾਂ ਤਾਂ ਮੈਂ ਯਿਸੂ ਮਸੀਹ ਦੇ ਰਾਹੀਂ ਤੁਸਾਂ ਸਭਨਾਂ ਦੇ ਲਈ ਆਪਣੇ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ, ਇਸ ਲਈ ਜੋ ਸਾਰੇ ਸੰਸਾਰ ਵਿੱਚ ਤੁਹਾਡੀ ਨਿਸ਼ਚਾ ਦਾ ਪ੍ਰਚਾਰ ਹੁੰਦਾ ਹੈ। ਕਿਉਂ ਜੋ ਪਰਮੇਸ਼ਵਰ ਜਿਸ ਦੀ ਮੈਂ ਆਪਣੇ ਆਤਮਾ ਨਾਲ ਉਹਦੇ ਪੁੱਤਰ ਦੀ ਖੁਸ਼ਖਬਰੀ ਲਈ ਸੇਵਾ ਕਰਦਾ ਹਾਂ, ਮੇਰਾ ਗਵਾਹ ਹੈ, ਜੋ ਮੈਂ ਕੀਕਰ ਹਰ ਵੇਲੇ ਆਪਣੀਆਂ ਪ੍ਰਾਰਥਨਾ ਵਿੱਚ ਤੁਹਾਨੂੰ ਯਾਦ ਕਰਦਾ ਹਾਂ ਅਤੇ ਸਦਾ ਇਹ ਮੰਗਦਾ ਹਾਂ ਭਈ ਕਿਸ ਤਰ੍ਹਾਂ ਹੁਣ ਇੰਨੇ ਚਿਰ ਪਿੱਛੋਂ ਪਰਮੇਸ਼ਵਰ ਦੀ ਇੱਛਾ ਤੋਂ ਮੈਂ ਸੁੱਖ ਸਾਂਦ ਨਾਲ ਤੁਹਾਡੇ ਕੋਲ ਅੱਪੜਾਂ, ਕਿਉਂ ਜੋ ਮੈਂ ਤੁਹਾਡੇ ਦਰਸ਼ਨ ਨੂੰ ਬਹੁਤ ਤਰਸਦਾ ਹਾਂ ਭਈ ਜਾਣੋ ਕੋਈ ਆਤਮਿਕ ਦਾਨ ਤੁਹਾਨੂੰ ਦਵਾਵਾਂ ਜੋ ਤੁਸੀਂ ਤਗੜੇ ਹੋ ਜਾਵੋ। ਤਾਜ ਪਰਚ ਇਹ ਹੈ ਕਿ ਤੁਸਾਂ ਵਿੱਚ ਰਲ ਕੇ ਆਪਸ ਦੀ ਨਿਸ਼ਚਾ ਦੇ ਕਾਰਨ ਜਿਹੜੀ ਤੁਹਾਡੇ ਅਤੇ ਮੇਰੇ ਵਿੱਚ ਹੈ, ਸਾਡੀਆਂ ਦੋਹਾਂ ਦੀ ਨਿਸ਼ਾ ਹੋਵੇ। ਅਤੇ ਭਰਾਵੋ, ਮੈਂ ਇਹ ਨਹੀਂ ਚਾਹੁੰਦਾ ਜੋ ਤੁਸੀਂ ਇਸ ਗੱਲ ਤੋਂ ਅਣਜਾਣ ਰਹੋ ਜੋ ਮੈਂ ਕਿੰਨੀ ਹੀ ਵਾਰੀ ਤੁਹਾਡੇ ਕੋਲ ਆਉਣ ਦੀ ਦਲੀਲ ਕੀਤੀ। ਭਾਈ, ਜਿਵੇਂ ਬਾਕੀਆਂ ਦੀਆਂ ਪਰਾਈਆਂ ਕੌਮਾਂ ਵਿੱਚ ਤਿਵੇਂ ਤੁਹਾਡੇ ਵਿੱਚ ਵੀ ਮੈਨੂੰ ਕੁਝ ਫਲ ਮਿਲੇ, ਪਰ ਹੁਣ ਤੋੜੀ ਮੈਂ ਡੱਕਿਆ ਰਿਹਾ। ਮੈਂ ਜਨਾਨੀਆਂ ਤੇ ਓਪਰਿਆਂ ਦਾ, ਬੁੱਧੀਵਾਨ ਅਤੇ ਨਿਰਬੁੱਧਿਆਂ ਦਾ ਕਰਜ਼ਦਾਰ ਹਾਂ। ਸੋ ਮੈਂ ਤੁਹਾਨੂੰ ਵੀ ਜਿਹੜੇ ਰੋਮ ਵਿੱਚ ਹੋ ਵਾਹ ਲੱਗਦਿਆਂ ਖੁਸ਼ਖਬਰੀ ਸੁਣਾਉਣ ਨੂੰ ਲੱਕ ਬੱਧਾ ਹੈ। ਪਰਮੇਸ਼ਰ ਦੇ ਕਲਾਮ ਤੇ ਪੜ੍ਹੇ ਤੇ ਸੁਣੇ ਜਾਣ ਤੇ ਬਰਕਤ ਹੋਵੇ। ਆਮੀਨ। ਆਮੀਨ ਆਮੀਨ। ਲਓ ਜੀ, ਮੈਂ ਹੁਣ ਪੰਜਾਬੀ ਪੜ੍ਹਾਂਗਾ। ਆਪਣੇ ਜਿਹੜੀ ਮੇਰੇ ਕੋਲ ਅੰਜੀਲ ਹੈ ਉਹਦੇ 'ਚੋਂ ਮੈਂ ਪੜ੍ਹਾਂਗਾ ਤੁਹਾਡੇ ਲਈ। ਲਿਖਿਆ ਜੀ ਕਿ ਪਹਿਲਾਂ ਤਾਂ ਮੈਂ ਯਿਸੂ ਮਸੀਹ ਦੀ ਰਾਹੀਂ ਤੁਹਾਡੇ ਸਭਨਾਂ ਲਈ ਆਪਣੇ ਖੁਦਾ ਦਾ ਸ਼ੁਕਰ ਕਰਨਾ ਵੀ ਤੁਹਾਡੇ ਈਮਾਨ ਦੀ ਮਸ਼ਹੂਰੀ ਸਾਰੇ ਜਹਾਨ ਵਿੱਚ ਹੁੰਦੀ ਹੈ ਅਤੇ ਖੁਦਾ ਜੀ ਦੀ ਬੰਦਗੀ ਮੈਂ ਕਰਨਾ ਆਪਣੀ ਰੂਹ ਨਾਲ ਉਹਦੇ ਪੁੱਤਰ ਦੀ ਖੁਸ਼ਖਬਰੀ ਸੁਣਾਉਣ ਵਿੱਚ ਕਰਨਾ ਮੇਰਾ ਗਵਾਹ ਹੈ ਵੀ ਕਿਸ ਤਰ੍ਹਾਂ ਹਰ ਵੇਲੇ ਤੁਹਾਨੂੰ ਯਾਦ ਰੱਖਣਾ ਵਾ ਤੇ ਸਦਾ ਆਪਣੀ ਦੁਆਵਾਂ ਵਿੱਚ ਦਰਖਾਸਤ ਕਰਦਾ ਰਹਿਣਾ ਭਈ ਕਿਸੇ ਤਰ੍ਹਾਂ ਜੇ ਖੁਦਾ ਚਾਹੇ ਤੇ ਮੈਂ ਕਿਵੇਂ ਨਾ ਕਿਵੇਂ ਖੈਰ ਨਾਲ ਹੁਣ ਵੀ ਤੁਹਾਡੇ ਕੋਲ ਅੱਪੜ ਜਾਵਾਂ, ਕਿਉਂ ਜੋ ਮੈਨੂੰ ਤੁਹਾਡੇ ਵੇਖਣ ਦਾ ਬਹੁਤ ਹੀ ਸ਼ੌਕ ਹੈ ਵੀ ਆਪਣੀ ਕੋਈ ਰੂਹਾਨੀ ਬਖਸ਼ਿਸ਼ ਤੁਹਾਨੂੰ ਪਹੁੰਚਾਵਾਂ ਜਿਹਦੇ ਨਾਲ ਤੁਸੀਂ ਤਗੜੇ ਹੋ ਜਾਓ। ਸੋ ਮੈਨੂੰ ਵੀ ਤੁਹਾਡੇ ਵਿੱਚ ਹੋ ਕੇ ਤੁਹਾਡੇ ਨਾਲ ਉਸ ਈਮਾਨ ਦੇ ਸਬੱਬੋਂ ਤਸੱਲੀ ਮਿਲੇ ਜਿਹੜਾ ਮੇਰੇ ਤੇ ਤੁਹਾਡੇ ਦਿਲਾਂ ਵਿੱਚ ਹੈ। ਭਰਾਓ, ਮੈਂ ਨਹੀਂ ਚਾਹੁੰਦਾ ਵੀ ਤੁਸੀਂ ਇਸ ਗੱਲ ਬਿਨੇ
ਇਸ ਗੱਲ ਬਿਨੇ ਬਖਬਰ ਰਹੋ ਭਈ ਮੈਂ ਕਿੰਨੀ ਵਾਰੀ ਤੁਹਾਡੇ ਕੋਲ ਆਉਣ ਦਾ ਇਰਾਦਾ ਕੀਤਾ ਵੀ ਜਿਵੇਂ ਮੈਨੂੰ ਹੋਰਨਾਂ ਗੈਰ ਕੌਮਾਂ ਵਿੱਚ ਫਲ ਮਿਲਿਆ ਹੈ ਉਸੇ ਤਰ੍ਹਾਂ ਤੁਹਾਡੇ ਵਿੱਚ ਵੀ ਮਿਲੇ, ਪਰ ਅੱਜ ਤੱਕ ਰੁਕਿਆ ਰਿਹਾ। ਮੈਂ ਯੂਨਾਨੀਆਂ ਤੇ ਗੈਰ ਯੂਨਾਨੀਆਂ, ਦਾਨਾਵਾਂ ਤੇ ਨਾਦਾਨਾਂ ਦਾ ਕਰਜ਼ਈ ਹਾਂ। ਸੋ ਮੈਂ ਆਪਣੀ ਤਾਕਤ ਦੇ ਸਬਬੋਂ ਤੁਹਾਨੂੰ ਵੀ ਜਿਹੜੇ ਰੋਮ ਵਿੱਚੋਂ ਖੁਸ਼ਖਬਰੀ ਸੁਣਾਉਣ ਨੂੰ ਤਿਆਰ ਹਾਂ। खुदा दे पाक कलाम पे पढ़े और सुने जान पे ओदी बरकत होए। आमीन ਆਮੀਨ ਆਮੀਨ। मेरे जीसो प्रोग्राम शुरू करने तो पहलू एक दसना चाहना कि जदों पौलुस रसूल ने एक खत लिखिया ते ओने उदों तक अज असीं पढ़िया भी हुण कि कदी भी उन्हें रोम दे विच जाके उन्हां लोकां नूं नहीं वेख्या, लेकिन जदों असीं ਇਹ ਪੜ੍ਹਨੇ ਆ ਤੇ ਵੇਖੋ ਤੁਸੀਂ ਕਿ ਕਿੰਨੀ ਗਰਮਜੋਸ਼ੀ, ਕਿੰਨੀ ਵਾਰਮਨੈਸ ਹੈ ਉਹਦੀ ਗੱਲਾਂ ਦੇ ਵਿੱਚ ਕਿ ਹਾਲੀ ਉਹਨੇ ਉਹਨਾਂ ਨੂੰ ਵੇਖਿਆ ਨਹੀਂ ਹੈ ਲੇਕਿਨ ਫਿਰ ਵੀ ਉਹ ਕਿਸ ਤਰ੍ਹਾਂ ਉਹਨਾਂ ਨਾਲ ਗੱਲ ਕਰਨ ਡਿਆ। ਸੋ ਇਹ ਮੇਰੇ ਲਈ ਇੱਕ ਬੜੀ ਖੂਬਸੂਰਤ ਔਰ ਬੜੀ ਚੈਲੰਜਿੰਗ ਗੱਲ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਵੇਖਿਆ ਵੀ ਨਹੀਂ ਹੈ, ਜਦੋਂ ਤੁਸੀਂ ਕਿਸੇ ਨੂੰ ਜਾਣਦੇ ਯਾਨੀ ਫਿਜ਼ੀਕਲੀ ਨਹੀਂ ਉਹਨੂੰ ਮਿਲੇ, ਤੇ ਤੁਸੀਂ ਕਿਸ ਤਰ੍ਹਾਂ ਇਸ ਤਰ੍ਹਾਂ ਦੀ ਗੱਲਾਂ ਜਿਹੜੀਆਂ ਨੇ ਉਹ ਲਿਖ ਸਕਦੇ ਹੋ। ਔਰ ਇਹ ਉਦੋਂ ਹੀ ਹੋ ਸਕਦਾ ਜਦੋਂ ਪਾਕ ਰੂਹ ਜਿਹੜਾ ਉਹ ਸਾਡੇ ਨਾਲ ਹੋਏ ਔਰ ਉਹ ਸਾਨੂੰ ਗਾਈਡ ਕਰੇ। ਸਭ ਤੋਂ ਪਹਿਲਾਂ ਤੇ ਗੱਲ ਇਹ ਵੀ ਉਹ ਕਹਿੰਦਾ ਕਿ ਜਦੋਂ ਸ਼ੁਰੂ ਕਰਦਾ, ਪਹਿਲਾਂ ਤੇ ਮੈਂ ਮਸੀਹ ਯਸੂ ਦੀ ਰਾਹੀਂ ਤੁਹਾਡੇ ਸਭਨਾਂ ਲਈ ਆਪਣੇ ਖੁਦਾ ਦਾ ਸ਼ੁਕਰ ਕਰਨਾ। ਠੀਕ ਹੈ, ਵੀ ਤੁਹਾਡੇ ਈਮਾਨ ਦੀ ਮਸ਼ਹੂਰੀ ਸਾਰੇ ਜਾਣ ਵਿੱਚ ਹੁੰਦੀ ਹੈ। ਠੀਕ ਹੈ, ਸੋ ਪਹਿਲੀ ਗੱਲ ਇਹ ਕਿ ਉਹ ਸ਼ੁਕਰਗੁਜ਼ਾਰੀ ਦੇ ਨਾਲ ਆਪਣੀ ਦੁਆ ਨੂੰ ਯਾਨੀ ਆਪਣੀ ਗੱਲ ਨੂੰ ਸ਼ੁਰੂ ਕਰਦਾ ਹੈ ਔਰ ਜ਼ਿਕਰ ਇਹ ਕਰਦਾ ਹੈ ਕਿ ਤੁਹਾਡੇ ਈਮਾਨ ਦੀ ਚਰਚਾ ਜਿਹੜਾ ਹੈ, ਤੁਹਾਡੇ ਈਮਾਨ ਦਾ ਕਿਹਨੂੰ ਕਹਿੰਦੇ ਨੇ ਜਿਹੜੀ ਗੱਲ ਹੈ ਉਹ ਸਾਰੇ ਦੁਨੀਆ ਵਿੱਚ ਮਸ਼ਹੂਰ ਹੈ ਕਿ ਤੁਸੀਂ ਕਿੱਡੇ ਸਹੀ ਈਮਾਨਦਾਰ ਹੋ। ਸੋ ਡਾਕਟਰ ਸਾਹਿਬ ਮੈਂ ਪਹਿਲਾ ਸਵਾਲ ਤੁਹਾਡੇ ਕੋਲ ਇਹ ਕਰਾਂਗਾ ਕਿ ਇਹ ਜਿਹੜਾ ਈਮਾਨ ਹੈ ਇਹ ਕਿਸ ਤਰ੍ਹਾਂ ਇਹਦੀ ਮਸ਼ਹੂਰੀ ਹੋ ਸਕਦੀ ਹੈ, ਜਾਂ ਕਿਸ ਤਰ੍ਹਾਂ ਉਹ ਕਹਿੰਦਾ ਕਿ ਤੁਹਾਡੇ ਈਮਾਨ ਦੀ ਮਸ਼ਹੂਰੀ ਹੋ ਰਹੀ ਹੈ। ਕੀ ਗੱਲਾਂ ਸਨ ਜਿਹੜੀਆਂ ਸ਼ਾਇਦ ਉਹਨੇ ਨੋਟ ਕੀਤੀਆਂ ਕਿ ਉਹਨਾਂ ਦੇ ਈਮਾਨ ਦਾ ਚਰਚਾ ਜਾਂ ਮਸ਼ਹੂਰੀ ਜਿਹੜੀ ਉਹ ਸਾਰੀ ਦੁਨੀਆ 'ਚ ਹੋ ਰਹੀ ਹੈ। ਜੀ ਡਾਕਟਰ ਸਾਹਿਬ। ਜੀ ਇਹ ਤੇ ਹੁਣ ਸਪੈਸੀਫਿਕ ਕੁਐਸਚਨ ਹੈ ਕਿ ਇਹਨਾਂ ਦੀ ਈਮਾਨ ਦੀ ਜਿਹੜੀ ਕੀ ਕਹਿਣਾ ਚਾਹੀਦਾ ਮਸ਼ਹੂਰੀ ਉਹ ਕਿੱਦਾਂ ਹੋਈ। ਰੋਮਨਸ ਦੀ ਜਿਹੜੀ ਮੇਨ ਉਹ ਰਹੇਗੀ ਕਿ ਦੇ were the main, ਇਹਨੂੰ ਕਹਿੰਦੇ ਕੋਸ਼ਿਸ਼ ਇਹਨਾਂ ਦੀ ਇਹ ਸੀਗੀ ਉਸ ਟਾਈਮ 'ਚ ਰੋਮਨਸ ਜਿਹੜੇ ਸੀਗੇ they were the most ਕਹੂੰਗਾ difficult to convert and they were the most distant also from the conversion, ਮਤਲਬ ਦੂਰ ਬਹੁਤ ਸੀਗੇ। ਜੀ ਔਰ ਦੂਸਰੀ ਗੱਲ ਇਹ ਕਿ ਬਹੁਤ ਜ਼ਿਆਦਾ ਸਟਰੋਂਗਲੀ ਅਪੋਜ਼ਿੰਗ ਸੀਗੇ ਕਿਉਂਕਿ ਇਹਨਾਂ ਦਾ ਆਈਡੀਆ ਜਿਹੜਾ ਸੀਗਾ ਬਿਲਕੁਲ different. They didn't Roman Empire was not based on any religion. ਹਾਂਜੀ ਠੀਕ ਹੈ ਜੀ। Roman Empire was based on work ethics. ਠੀਕ ਹੈ, ਤੇ Greek Empire was based on gods, religion. ਉਹਨਾਂ ਦੇ ਬਹੁਤ ਗੋਡ ਸੀਗੇ। Romans are more known for ਜਿਹਨੂੰ ਕਹਿਣਾ ਚਾਹੀਦਾ ਕਿ ਉਹਨਾਂ ਦੇ ਐਥਿਕਸ ਜਿਹੜਾ ਸੀਗਾ ਉਹ ਜ਼ਿਆਦਾ ਸਟਰੋਂਗ ਸੀਗਾ। ਹੁਣ ਉਹਨਾਂ ਦੀ ਕਨਵਰਸ਼ਨ ਕਿ they were non-believers in anything, right? ਇੱਕ ਹੁੰਦਾ ਕਿ ਕਿਸੇ ਖੁਦਾ 'ਚ ਵਿਸ਼ਵਾਸ ਕਰੇ, ਇਹ ਅਵਿਸ਼ਵਾਸੀ ਲੋਕ ਸੀਗੇ ਜਿਹਨੂੰ ਹੁਣ ਰਾਈਟ ਤੇ ਉਹਨਾਂ ਦਾ ਕਨਵਰਸ਼ਨ ਜਿਹੜਾ ਸੀ ਉਹ ਜ਼ਿਆਦਾ ਮੁਸ਼ਕਲ ਸੀ ਉਸ ਟਾਈਮ 'ਚ। ਜੀ ਐਂਡ ਆਈ ਥਿੰਕ ਜਿੰਨਾ ਵੀ ਉਹਨਾਂ ਨੇ ਆਪਣੇ ਆਪ ਨੂੰ ਕਨਵਰਟ ਕੀਤਾ ਸੀਗਾ, ਜਿੰਨੇ ਵੀ ਉਹਨਾਂ ਦੀ ਗੱਲਬਾਤ ਹੋਈ ਸੀਗੀ, ਉਹਨਾਂ ਦੇ ਵਿਸ਼ਵਾਸ ਜਿਹੜਾ ਸੀਗਾ ਉਹ ਹੌਲੇ ਓਵਰ ਦ ਪੀਰੀਅਡ ਆਫ ਟਾਈਮ, ਆਈ ਥਿੰਕ ਕਾਫੀ ਟਾਈਮ ਲੱਗਿਆ ਇਹਨੂੰ ਇਸ ਗੱਲ ਤੋਂ ਸਮਝਣ ਨੂੰ ਪੌਲ ਨੂੰ। ਆਪਾਂ ਥੋੜੀ ਹਿਸਟਰੀ ਬਾਅਦ ਚ ਗੱਲ ਕਰਾਂਗੇ, ਬਟ ਅਦਰਵਾਈਜ਼ ਹੀ ਹੈਜ਼ ਦਿਸ ਇਜ਼ ਦ ਮੇਨ ਆਈ ਥਿੰਕ ਰੀਜ਼ਨ ਕਿ ਉਹਨਾਂ ਦੀ ਜਿਹੜੀ ਥੋੜੀ ਵੀ ਕਨਵਰਸ਼ਨ ਸੀਗੀ, ਉਹਨਾਂ ਦਾ ਫੇਥ ਜਿਹੜਾ ਸੀਗਾ ਉਹ ਬਹੁਤ ਜਲਦੀ ਸਾਰਿਆਂ ਨੂੰ ਪਤਾ ਲੱਗਿਆ ਕਿ ਉਹ ਰੋਮਨ ਜਿਹੜੇ ਨੇ ਉਹ ਵੀ ਆਲਸੋ are started believing in Christ, ਕਿ ਉਹ ਵੀ ਹੁਣ ਜੀਸਸ 'ਚ ਵਿਸ਼ਵਾਸ ਕਰਦੇ ਨੇ।
ਦੂਜਾ ਡਾਕਟਰ ਸਾਹਿਬ, ਮੈਂ ਜਿਹੜਾ ਪੜ੍ਹਿਆ ਕਿ ਇਹ ਰੋਮਨਸ ਜਿਹੜੇ ਸਨ ਇਹ ਆਪਣੇ ਆਪ ਨੂੰ ਬੜਾ ਸੁਪੀਰੀਅਰ ਸਮਝਦੇ ਸਨ ਜੀ, ਹਾਂਜੀ, ਔਰ ਇਹਨਾਂ ਦੀ ਹਕੂਮਤ ਵੀ ਤੁਹਾਨੂੰ ਪਤਾ ਹੈ ਯਾਨੀ ਕਿੱਥੋਂ ਤੱਕ ਸੀ। ਜਦੋਂ ਖੁਦਾਵੰਦ ਯਿਸੂ ਮਸੀਹ ਇਸ ਦੁਨੀਆ 'ਚ ਆਏ ਤੇ ਉਦੋਂ ਵੀ ਰੋਮਨ ਜਿਹੜੇ ਨੇ ਉਹ ਉੱਥੇ ਕਾਬਜ਼ ਸਨ। ਤੇ ਯਾਨੀ ਗੱਲ ਕਹਿਣ ਦਾ ਮਤਲਬ ਇਹ ਵੇ ਕਿ ਯਾਨੀ ਇਹ ਸੁਪੀਰੀਅਰ ਹੁੰਦਿਆਂ ਵੀ ਯਾਨੀ ਇਹਨਾਂ ਨੇ ਖੁਦਾ ਨੂੰ ਕਬੂਲ ਕੀਤਾ। ਔਰ ਮੇਰਾ ਖਿਆਲ ਹੈ ਕਿ ਪੌਲੁਸ ਰਸੂਲ ਇਸ ਲਈ ਬੜਾ ਐਪਰੀਸ਼ੀਏਟ ਕਰਦਾ ਉਹਨਾਂ ਨੂੰ ਕਿ ਬਈ ਯਿਸੂ ਮਸੀਹ ਦੀ ਰਾਹੀਂ ਤੁਹਾਡੇ ਸਭਨਾਂ ਲਈ ਆਪਣੇ ਖੁਦਾ ਦਾ ਸ਼ੁਕਰ ਕਰਨਾ, ਵੀ ਤੁਹਾਡੇ ਈਮਾਨ ਦਾ ਮਸ਼ਹੂਰੀ ਜਿਹੜੀ ਉਹ ਸਾਰੇ ਜਹਾਨ ਵਿੱਚ ਹੁੰਦੀ ਹੈ ਪਈ। ਹਾਂਜੀ ਬ੍ਰਦਰ ਜੀ, ਤੁਹਾਡੇ ਵੱਲ ਸਵਾਲ ਤੇ ਆਵਾਂਗਾ ਇੱਕ, ਉਹ ਵੇ ਕਿ ਤੇ ਖੁਦਾ ਜੀ ਦੀ ਬੰਦਗੀ ਮੈਂ ਆਪਣੀ ਰੂਹ ਨਾਲ ਉਹਦੇ ਪੁੱਤਰ ਦੀ ਖੁਸ਼ਖਬਰੀ ਸੁਣਾਉਣ ਵਿੱਚ ਕਰਨਾ ਮੇਰਾ ਗਵਾਹ ਹੈ, ਕਿਸ ਤਰ੍ਹਾਂ ਹਰ ਵੇਲੇ ਤੁਹਾਨੂੰ ਦੁਆ 'ਚ ਯਾਦ ਰੱਖਣਾ। ਸੋ ਉਹ ਇਹ ਕਹਿੰਦਾ, ਯਾਨੀ ਗਵਾਹੀ ਵੀ ਬੜੀ ਵੱਡੀ ਦਿੰਦਾ ਕਿ ਖੁਦਾ ਜੀ ਦੇ ਪੁੱਤਰ ਦੀ ਮੈਂ ਮੁਨਾਦੀ ਕਰਨਾ, ਉਹਨੂੰ ਗਵਾਹ ਕਰਕੇ ਮੈਂ ਕਹਿੰਦਾ ਕਿ ਮੈਂ ਤੁਹਾਡੇ ਲਈ ਹਰ ਰੋਜ਼ ਬਿਲਾ ਨਾਗਾ ਦੁਆ ਕਰਨਾ, ਹਰ ਵੇਲੇ ਤੁਹਾਨੂੰ ਯਾਦ ਰੱਖਣਾ। ਤੇ ਪਹਿਲੀ ਗੱਲ ਤੇ ਇਹ ਕਿ ਕਿਸ ਤਰ੍ਹਾਂ ਮੇਰਾ ਗਵਾਹ ਹੈ, ਕਿਸ ਤਰ੍ਹਾਂ ਹਰ ਵੇਲੇ ਤੁਹਾਨੂੰ ਯਾਦ ਰੱਖਣਾ ਤੇ ਸਦਾ ਆਪਣੀ ਦੁਆਵਾਂ ਵਿੱਚ ਦਰਖਾਸਤ ਕਰਦਾ ਰਹਿਣਾ। ਸੋ ਕਿਸ ਤਰ੍ਹਾਂ ਇਹ ਆਪਣਾ ਬ੍ਰਦਰ ਜੀ ਪੋਸੀਬਲ ਹੈ ਕਿ ਜਦੋਂ ਅਸੀਂ ਕਿਸੇ ਨੂੰ ਵੇਖਿਆ ਨਹੀਂ ਹੈ, ਜਦੋਂ ਅਸੀਂ ਕਿਸੇ ਨੂੰ ਮਿਲੇ ਨਹੀਂ ਆ, ਤੇ ਕਿਸ ਤਰ੍ਹਾਂ ਅਸੀਂ ਉਹਦੇ ਲਈ ਦੁਆ ਕਰ ਸਕਦੇ ਹਾਂ? ਜੀ ਬ੍ਰਦਰ ਜੀ। ਪਰਮੇਸ਼ਰ ਦੇ ਵਚਨ ਦੇ ਵਿੱਚ ਪੌਲ ਇੱਥੇ ਇਹ ਗੱਲ ਕਰਦਾ ਕਿ ਕਿਉਂ ਜੋ ਮੈਂ ਪਰਮੇਸ਼ਵਰ ਜਿਸ ਦੀ ਮੈਂ ਆਪਣੇ ਆਤਮਾ ਨਾਲ ਉਹਦੇ ਪੁੱਤਰ ਦੀ ਖੁਸ਼ਖਬਰੀ ਲਈ ਸੇਵਾ ਕਰਦਾ ਹਾਂ, ਜੀ ਜੀ, ਮੇਰਾ ਗਵਾਹ, ਜੋ ਮੈਂ ਕੀਕਰ ਹਰ ਵੇਲੇ ਆਪਣੀਆਂ ਪ੍ਰਾਰਥਨਾ ਵਿੱਚ ਤੁਹਾਨੂੰ ਯਾਦ ਕਰਦਾ ਹਾਂ। ਜੀ, ਇੱਥੇ ਗੱਲ ਹੈ ਰੂਹ ਦੀ, ਆਤਮਾ ਦੀ। ਜਦੋਂ ਬੰਦਾ ਉਸ ਪਰਮੇਸ਼ਵਰ ਦੇ ਰੂਹ ਦੇ ਨਾਲ ਜਿਹੜਾ ਹੈ ਭਰਪੂਰ ਹੋ ਜਾਂਦਾ ਹੈ, ਉਹਦੇ ਨਾਲ ਅਨੋਇੰਟ ਹੋ ਜਾਂਦਾ ਹੈ, ਤੇ ਜਦੋਂ ਉਹਦੇ ਉੱਤੇ ਉਹਦੀ ਪਰਮੇਸ਼ਰ ਦੀ ਬਦਾਰੀ ਆਉਂਦੀ ਹੈਗੀ ਆ, ਤੇ ਉਹ ਫਿਰ ਹਰ ਇੱਕ ਦੇ ਵਾਸਤੇ ਜਿਹੜਾ ਹੈ ਉਹ ਪ੍ਰਾਰਥਨਾ ਕਰਦਾ ਹੈ। ਇਹ ਰੋਮੀਆਂ ਦੀ ਕਲੀਸਿਆ ਨੂੰ ਜਿਹੜੀ ਉਹਨੇ ਇਹ ਪੱਤਰ ਲਿਖਿਆ ਹੈ, ਸ਼ਾਇਦ ਕੁਝ ਰੋਮੀ ਲੋਕ ਜਿਹੜੇ ਆ ਯਰੂਸ਼ਲਮ ਦੇ ਵਿੱਚ, ਉਹਨਾਂ ਨੇ ਇਹ ਪਰਮੇਸ਼ਵਰ ਦੇ ਇਸ ਸੁਸਮਾਚਾਰ ਨੂੰ, ਇਸ ਖੁਸ਼ਖਬਰੀ ਨੂੰ ਜਿਹੜਾ ਹੈ ਉਹ ਸੁਣਿਆ, ਜੀ ਜੀ, ਤੇ ਉਹ ਰੋਮ ਦੇ ਵਿੱਚ ਵਾਪਸ ਗਏ ਤੇ ਉਹਨਾਂ ਨੇ ਉਹਨਾਂ ਲੋਕਾਂ ਨੂੰ ਜਿਹੜਾ ਹੈ ਇਸ ਦੇ ਬਾਰੇ ਦੱਸਿਆ ਕਿ ਪ੍ਰਭੂ ਯਿਸੂ ਮਸੀਹ ਜਿਹੜਾ ਹੈ ਉਹ ਇਸ ਦੁਨੀਆ ਦੇ ਵਿੱਚ ਆਇਆ, ਉਹਨੇ ਇੱਕ ਖੁਦਾ ਹੁੰਦੇ ਹੋਏ ਆਪਣੇ ਆਪ ਨੂੰ ਸਖਣਾ ਕੀਤਾ, ਵੱਖਰਾ ਕੀਤਾ, ਇੱਕ ਇਨਸਾਨ ਦਾ ਰੂਪ ਧਾਰਿਆ, ਤੇ ਜੋ ਵੀ ਇਨਸਾਨ ਦੇ ਉੱਤੇ ਮੁਸ਼ਕਲਾਂ ਆਉਂਦੀਆਂ ਉਹਨਾਂ ਨੂੰ ਉਹਨੇ ਸਹਿਆ, ਔਰ ਉਹ ਇੱਥੋਂ ਤੱਕ ਵਫਾਦਾਰ ਰਿਹਾ ਕਿ ਉਹਨੇ ਆਪਣੀ ਜਾਨ ਨੂੰ ਕਲਵਰੀ ਕਰੂਸ ਦੇ ਉੱਤੇ ਦਿੱਤਾ। ਜੀ ਜੀ, ਉਹ ਮਰ ਗਿਆ, ਉਹ ਤੀਸਰੇ ਦਿਨ ਜੀ ਉੱਠਿਆ। ਇਹ ਜਿਹੜਾ ਨਿਸ਼ਚਾ ਹੈ, ਇਹ ਜਿਹੜਾ ਫੇਥ ਹੈ, ਇਹ ਉਹਨਾਂ ਨੇ ਉਸ ਜਗ੍ਹਾ ਦੇ ਵਿੱਚ ਸੁਣਿਆ, ਉਹਨੂੰ ਕਬੂਲ ਕੀਤਾ, ਤੇ ਉਹ ਉਹਨਾਂ ਨੇ ਉੱਥੇ ਜਾ ਕੇ ਦੱਸਿਆ। ਜੀ, ਤੇ ਜਦੋਂ ਆਤਮਾ ਦੇ ਵਿੱਚ ਬੰਦਾ ਹੁੰਦਾ ਹੈ ਤੇ ਪੌਲ ਨੂੰ ਉਹਨਾਂ ਦੇ ਬਾਰੇ ਪਤਾ ਲੱਗਾ, ਤੇ ਪੌਲ ਉਹਨਾਂ ਨੂੰ ਰੂਹ ਦੇ ਵਿੱਚ ਜਿਹੜਾ ਹੈ ਦੁਆਵਾਂ ਦੇ ਵਿੱਚ ਯਾਦ ਕਰਦਾ ਹੈ ਕਿ ਖੁਦਾ ਤੇਰਾ ਬੜਾ ਸ਼ੁਕਰ ਕਰਦਾ ਹਾਂ ਕਿ ਇਹਨਾਂ ਲੋਕਾਂ ਨੇ ਤੇਰੇ ਵਚਨ ਨੂੰ ਜਿਹੜਾ ਹੈ ਉਹ ਕਬੂਲ ਕਰ ਲਿਆ ਹੈ, ਇਹ ਤੇਰੇ ਵਚਨ ਨੂੰ ਸੁਣਿਆ ਹੈ, ਤੇ ਮੇਰੀ ਇਹ ਦੁਆ ਹੈ ਕਿ ਪਰਮੇਸ਼ਰ ਤੂੰ ਇਹਨਾਂ ਦੀ ਬੁੱਧੀ ਨੂੰ ਜਿਹੜਾ ਹੈ ਉਹ ਖੋਲ ਦੇ, ਤੂੰ ਇਹਨਾਂ ਨੂੰ ਆਤਮਿਕ ਵਰਦਾਨਾਂ ਦੇ ਨਾਲ ਹੋਰ ਭਰ, ਤਾਂ ਜੋ ਕਿ ਬਹੁਤ ਸਾਰੀ ਵੱਡੀ ਬਦਾਰੀ ਜਿਹੜੀ ਹੈ ਉਹ ਇਸ ਜਗ੍ਹਾ ਦੇ ਵਿੱਚ ਆਵੇ। ਜੀ ਜੀ, ਬਹੁਤ ਸ਼ੁਕਰੀਆ। ਈਵਨ ਯੂ ਨੋ, ਮੈਂ ਇੱਕ ਬੁੱਕ ਪੜ੍ਹ ਰਿਹਾ ਸੀ, ਪਾਵਰ ਇਨ ਅ ਪ੍ਰੇਅਰ। ਜੀ, ਬੰਦਾ ਜਿਹੜਾ ਹੈ ਉਹ ਬਹੁਤ ਦੂਰ ਹੈ, ਚਾਈਨਾ ਦੇ ਵਿੱਚ ਹੈ, ਬੜਾ ਪਰਸੀਕਿਊਸ਼ਨ ਉਸ ਜਗ੍ਹਾ ਦੇ ਵਿੱਚ ਹੋ ਰਿਹਾ ਹੈ ਜੀ, ਔਰ ਜਦੋਂ ਪਰਸੀਕਿਊਸ਼ਨ ਹੋ ਰਿਹਾ ਹੈ ਜਿਹੜੇ ਵਿਸ਼ਵਾਸ ਦੇ ਵਿੱਚ ਨੇ, ਤੇ ਉਹ ਕੀ ਕਰਦਾ ਹੈ, ਉਹ ਬੰਦਾ ਉਹਨਾਂ ਦੇ ਵਾਸਤੇ, ਉਹ ਪ੍ਰਭੂ ਦਾ ਦਾਸ ਜਿਹੜਾ ਹੈ ਉਹਨਾਂ ਲਈ ਰੂਹ ਦੇ ਵਿੱਚ ਦੁਆਵਾਂ ਕਰਦਾ ਹੈ, ਤੇ ਜਦੋਂ ਉਹ ਰੂਹ 'ਚ ਦੁਆ ਕਰਦਾ ਹੈ ਤੇ ਬੜੇ ਅਜੀਬ ਔਰ ਅਚੰਭੇ ਜਿਹੜੇ ਨੇ ਉਹ ਕੰਮ ਜਿਹੜੇ ਨੇ ਉਹ ਹੁੰਦੇ ਨੇ।
ਮੈਂ ਇਸ ਤਰ੍ਹਾਂ ਦੇ ਨਾਲ ਵਿਸ਼ਵਾਸ ਕਰਦਾ। ਜੀ ਬਹੁਤ ਸ਼ੁਕਰੀਆ ਬ੍ਰਦਰ ਜੀ। ਇੱਕ ਹੋਰ ਗੱਲ ਜਿਹੜੀ ਮੈਂ ਪਹਿਲੂ ਡਾਕਟਰ ਸਾਹਿਬ ਨੂੰ ਪੁੱਛੀ ਸੀ, ਡਾਕਟਰ ਸਾਹਿਬ ਦੁਬਾਰਾ ਜੁਆਇਨ ਕਰਦੇ ਨੇ ਸਾਨੂੰ, ਕਿ ਪਹਿਲੀ ਜਿਹੜੀ ਆਇਤ ਹੈ ਜਾਂ ਜਿਹੜੀ 8ਵੀਂ ਆਇਤ ਉਹਦੇ ਚ ਕਹਿੰਦਾ ਕਿ ਪਹਿਲਾਂ ਤੇ ਮੈਂ ਮਸੀਹ ਯਿਸੂ ਦੀ ਰਾਹੀਂ ਤੁਹਾਡੇ ਸਭਨਾਂ ਲਈ ਆਪਣੇ ਖੁਦਾ ਦਾ ਸ਼ੁਕਰ ਕਰਨਾ ਵੀ ਤੁਹਾਡੇ ਮਾਨ ਦੀ ਮਸ਼ਹੂਰੀ ਸਾਰੇ ਜਾਣ ਵਿੱਚ ਹੁੰਦੀ ਹੈ ਪਈ। ਇਹ ਬੜਾ ਵੱਡਾ ਕੰਪਲੀਮੈਂਟ ਹੈ ਜੇ ਕਿਸੇ ਦੀ ਤਾਰੀਫ ਕਰਨਾ, ਯਾਨੀ ਉਹ ਤਾਰੀਫ ਕਰਦਾ ਹੈ। ਤੇ ਬ੍ਰਦਰ ਜੀ ਅੱਜ ਕੱਲ੍ਹ ਤੇ ਅਸੀਂ ਵੇਖਦੇ ਹਾਂ ਕਿ ਲੋਕੀ ਇੱਕ ਦੂਜੇ ਦੀ ਐਪਰੀਸ਼ੀਏਸ਼ਨ ਕਰਨ ਦੀ ਬਜਾਏ ਉਹਨੂੰ ਜ਼ਿਆਦਾ ਤੇ ਉਹ ਇਸ ਕੰਮ 'ਚ ਲੱਗੇ ਰਹਿੰਦੇ ਨੇ ਕਿ ਉਹਦੀਆਂ ਲੱਤਾਂ ਖਿੱਚੀਆਂ ਜਾਣ ਜਾਂ ਉਹਨੂੰ ਡਾਊਨ ਕੀਤਾ ਜਾਏ। ਲੇਕਿਨ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਰੂਹ ਦੇ ਵਿੱਚ ਇਹ ਗੱਲ ਹੈ, ਔਰ ਮੈਂ ਸਮਝਦਾ ਕਿ ਇਹ ਵੀ ਉਹਨੇ ਉਹ ਰੂਹ ਜਿਹੜਾ ਉਹਨੇ ਉਹਨੂੰ ਉਭਾਰਿਆ, ਉਹਨੂੰ ਕਿਹਾ ਕਿ ਯਾਨੀ ਇਹ ਵਾਲਾ ਜਿਹੜਾ ਕੰਪਲੀਮੈਂਟ ਹੈ ਇਹ ਦੇ, ਕਿਉਂਕਿ ਤੂੰ ਯਾਨੀ ਉਹਨਾਂ ਨੂੰ ਬੇਸ਼ੱਕ ਮਿਲਿਆ ਨਹੀਂ, ਤੂੰ ਉਹਨਾਂ ਨੂੰ ਵੇਖਿਆ ਨਹੀਂ, ਲੇਕਿਨ ਫਿਰ ਵੀ ਉਹਨਾਂ ਦੀ ਤਾਰੀਫ ਕਰਨਾ ਜਿਹੜਾ ਉਹ ਬਹੁਤ ਬਣਦਾ। ਕਿੰਨਾ ਬ੍ਰਦਰ ਜੀ ਇਹ ਜ਼ਰੂਰੀ ਹੈ ਕਿ ਅਸੀਂ ਇੱਕ ਦੂਸਰੇ ਨੂੰ ਐਪਰੀਸ਼ੀਏਟ ਕਰੀਏ, ਇੱਕ ਦੂਸਰੇ ਦੇ ਲਈ ਅੱਛੇ ਕੰਪਲੀਮੈਂਟ ਦਈਏ, ਕਿੰਨਾ ਜ਼ਰੂਰੀ ਹੈ ਇੱਕ ਦੂਜੇ ਦੀ ਤਰੱਕੀ ਲਈ? ਇਹ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਕਿਸੇ ਨੂੰ ਅਪਰੀਸ਼ੀਏਟ ਕਰਦੇ ਹਾਂ, ਜਦੋਂ ਕਿਸੇ ਦੀ ਅਸੀਂ ਹੌਸਲਾ ਵਧਾਈ ਕਰਦੇ ਹਾਂ, ਤੇ ਉਹਦੇ ਨਾਲ ਉਹਦਾ ਹੌਸਲਾ ਜਿਹੜਾ ਹੈ ਉਹ ਪਰਸਨ ਦਾ ਵੱਧਦਾ ਹੈ। ਉਹ ਹੋਰ ਅੱਗੇ ਜਿਹੜਾ ਹੈ ਉਹ ਸੀਕਰ ਹੁੰਦਾ ਹੈ, ਹੋਰ ਉਹ ਖੋਜੀ ਹੁੰਦਾ ਹੈ ਕਿ ਮੇਰੇ ਨਾਲ ਬਹੁਤ ਸਾਰੇ ਮੇਰੇ ਮਸੀਹ ਦੇ ਵਿੱਚ ਭਾਈ ਭੈਣ ਨੇ ਜੋ ਮੇਰੇ ਨਾਲ ਖੜੇ ਨੇ, ਜੋ ਮੇਰੇ ਲਈ ਦੁਆਵਾਂ ਕਰਦੇ ਨੇ। ਜੋ ਕੁਝ ਮੈਂ ਕਰ ਰਿਹਾ ਹਾਂ ਉਹ ਚਾਹੇ ਜਿਹੜਾ ਮੇਰਾ ਗਿਫਟ ਹੈ, ਜੋ ਵੀ ਪ੍ਰਭੂ ਨੇ ਉਸ ਪਰਸਨ ਨੂੰ ਦਿੱਤਾ ਹੁੰਦਾ ਹੈ, ਉਸ ਇਨਸਾਨ ਨੂੰ ਦਿੱਤਾ ਹੁੰਦਾ ਹੈ, ਚਾਹੇ ਉਹ ਦੁਆ ਕਰਨ ਦਾ ਹੈ, ਚਾਹੇ ਉਹ ਕੋਈ ਸੇਵਾ ਕਰਨ ਦਾ ਹੈ, ਚਾਹੇ ਉਹ ਬਿਮਾਰਾਂ ਨੂੰ ਵਿਜ਼ਿਟ ਕਰਨ ਦਾ ਹੈ, ਚਾਹੇ ਉਹ ਕਿਸੇ ਗਰੀਬ ਦੀ ਮਦਦ ਕਰਨ ਦਾ ਹੈ, ਚਾਹੇ ਕਿਸੇ ਬੇਵਾ ਦਾ ਸਹਾਇਤਾ ਕਰਨ ਦਾ ਹੈ, ਚਾਹੇ ਕਿਸੇ ਨੂੰ ਕੋਈ ਫਾਈਨੈਂਸ਼ੀਅਲੀ ਹੈਲਪ ਕਰਨ ਦਾ ਹੈ। ਜਦੋਂ ਉਹ ਥੋੜੇ ਕੰਮ ਜਿਹੜਾ ਉਹ ਕਰਦਾ ਹੈ ਤੇ ਜਦੋਂ ਉਹਨੂੰ ਕੋਈ ਦੂਸਰਾ ਜਣਾ ਉਹਦੀ ਹੌਸਲਾ ਵਧਾਈ ਕਰਦਾ ਹੈ, ਉਹਦੀ ਅਪਰੀਸ਼ੀਏਸ਼ਨ ਕਰਦਾ ਹੈ, ਤੇ ਉਹ ਆਪਣੇ ਰੂਹ ਦੇ ਵਿੱਚ ਜਿਹੜਾ ਹੈ ਆਪਣੇ ਆਪ ਦੇ ਵਿੱਚ ਬੜਾ ਗਰਵ ਜਿਹੜਾ ਹੈ ਮਹਿਸੂਸ ਕਰਦਾ ਹੈ ਕਿ ਮੈਂ ਜਿਹੜਾ ਹੈ ਕੁਝ ਅੱਛਾ ਕੰਮ ਕਰ ਰਿਹਾ ਹਾਂ ਤੇ ਮੇਰੀ ਇਸ ਕਰਕੇ ਜਿਹੜੀ ਹੈ ਉਹ ਕੀ ਹੋ ਰਹੀ ਹੈ, ਪ੍ਰਸ਼ੰਸਾ ਹੋ ਰਹੀ ਹੈ। ਪਰ ਓਵਰਆਲ ਉਹ ਸਾਰੀ ਜਿਹੜੀ ਪ੍ਰਸ਼ੰਸਾ ਹੈ, ਜਿਹੜੀ ਸਾਰੀ ਮਹਿਮਾ ਹੈ, ਜਿਹੜਾ ਸਾਰਾ ਆਦਰ ਹੈ, ਉਸ ਪਿਤਾ ਪਰਮੇਸ਼ਵਰ ਦੇ ਬੇਟੇ ਯਿਸੂ ਨੂੰ ਜਿਹੜਾ ਹੈ ਜਾਂਦਾ ਹੈ, ਜਿਸ ਨੇ ਸਾਨੂੰ ਇਹ ਸਾਰਾ ਕੁਝ ਸਿਖਾਇਆ ਹੈ ਕਿ ਅਸੀਂ ਇੱਕ ਦੂਸਰੇ ਨੂੰ ਜਿਹੜਾ ਹੈ ਉਠਾਣਾ ਹੈ, ਇੱਕ ਦੂਜੇ ਦੀਆਂ ਲੱਤਾਂ ਨਹੀਂ ਖਿੱਚਣੀਆਂ, ਇੱਕ ਦੂਜੇ ਨੂੰ ਇਨਕਰੇਜ ਕਰਨਾ ਹੈ ਕਿ ਤੂੰ ਬਹੁਤ ਵਧੀਆ ਕਰ ਰਿਹਾ ਹੈ, ਅਸੀਂ ਤੇਰੇ ਨਾਲ ਆ ਤੇ ਹੋਰ ਅੱਗੇ ਕਰ। ਤੇ ਉਹ ਜਦੋਂ ਉਹ ਕਰੇਗਾ ਤੇ ਬਹੁਤ ਸਾਰਾ ਜਿਹੜਾ ਹੈ ਕੰਮ ਜਿਹੜਾ ਹੈ ਉਹ ਹੋਏਗਾ। ਬਹੁਤ ਅੱਛਾ ਜੀ। ਹਾਂਜੀ, ਅੱਗੇ ਅਸੀਂ ਚੱਲੀਏ ਤੇ ਅਸੀਂ ਦੁਆ ਦਾ ਜ਼ਿਕਰ ਕੀਤਾ ਕਿ ਉਹ ਮਿਲਿਆ ਨਹੀਂ ਲੇਕਿਨ ਉਹਨਾਂ ਲਈ ਦੁਆ ਕਰਦਾ। ਤੇ ਉਸ ਤੋਂ ਅੱਗੇ ਅਸੀਂ ਜਦੋਂ ਵੇਖਦੇ ਹਾਂ ਤੇ ਉਹ ਕਹਿੰਦਾ ਕਿ ਉਹਨੂੰ ਬੜਾ ਉਹਨੂੰ ਬਹੁਤ ਜ਼ਿਆਦਾ ਇਹ ਉਮੀਦ ਹੈ ਜਾਂ ਉਹ ਚਾਹੁੰਦਾ ਕਿ ਉਹ ਜਲਦੀ ਉਹਨਾਂ ਦੇ ਕੋਲ ਜਾਏ। ਠੀਕ ਹੈ। ਤੇ ਫਿਰ ਅੱਗੇ ਬ੍ਰਦਰ ਜੀ ਉਹ ਗੱਲ ਕਰਦਾ ਕਿ ਜਦੋਂ ਮੈਨੂੰ ਉਹ ਆਪਣੇ ਸ਼ੌਕ ਦਾ ਇਜ਼ਹਾਰ ਕਰਦਾ ਤੁਹਾਡੇ ਕੋਲ ਆ ਜਾਵਾਂ, ਕਿਉਂ ਜੋ ਮੈਨੂੰ ਤੁਹਾਡੇ ਵੇਖਣ ਦਾ ਬਹੁਤ ਹੀ ਸ਼ੌਕ ਹੈ ਭਈ ਕੋਈ ਰੂਹਾਨੀ ਬਖਸ਼ਿਸ਼ ਤੁਹਾਨੂੰ ਪਹੁੰਚਾਵਾਂ। ਠੀਕ ਹੈ। ਸੋ ਮੈਨੂੰ ਤੁਹਾਡੇ ਵਿੱਚ ਹੋ ਕੇ ਤੁਹਾਡੇ ਨਾਲ ਉਸ ਈਮਾਨ ਦੇ ਸਬਬੋਂ ਤਸੱਲੀ ਮਿਲੇ। ਯਾਨੀ ਇਹ ਗਿਵ ਐਂਡ ਟੇਕ ਦੀ ਗੱਲ ਹੈ। ਠੀਕ ਹੈ। ਉਹ ਕਹਿੰਦਾ ਕਿ ਮੈਂ ਤੁਹਾਡੇ ਕੋਲ ਜਾਵਾਂ ਤੇ ਜਿਹੜਾ ਤੁਹਾਡਾ ਈਮਾਨ ਹੈ ਜਾਂ ਜਿਹੜਾ ਯਾਨੀ ਤੁਹਾਡੇ ਈਮਾਨ ਦਾ ਚਰਚਾ ਹੋ ਰਿਹਾ ਉਹਦੀ ਉਹ ਕਹਿੰਦਾ ਕਿ ਮੈਂ ਯਾਨੀ ਤੁਹਾਡੇ ਕੋਲ ਜਾਵਾਂ ਤੇ ਤੁਹਾਨੂੰ ਕੋਈ ਰੂਹਾਨੀ ਬਖਸ਼ਿਸ਼ ਦਿਆਂ, ਰੂਹਾਨੀ ਨਿਮਤ ਦਿਆਂ, ਤੇ ਉਹਦੇ ਬਾਅਦ ਤੁਹਾਡੇ ਕੋਲੋਂ ਉਹ ਤਸੱਲੀ ਪਾਵਾਂ ਜਿਹੜੀ ਤੁਹਾਡਾ ਈਮਾਨ ਹੈ ਉਹਦੇ ਸਬਬੋਂ ਮੈਂ ਤਸੱਲੀ ਪਾਵਾਂ। ਜੀ ਡਾਕਟਰ ਸਾਹਿਬ ਵੈਲਕਮ ਅਗੇਨ। ਹਾਂਜੀ, ਲਾਈਟ ਚਲੀ ਸੀ, ਸੌਰੀ ਲਾਈਨ ਚਲੀ ਗਈ ਤਾਂ ਕੋਈ ਨਹੀਂ। ਸੋ ਮੈਂ ਯਾਨੀ ਇਸ ਪੁਆਇੰਟ ਤੇ ਗੱਲ ਕਰ ਰਹੇ ਸੀ ਕਿ ਗਿਵ ਐਂਡ ਟੇਕ। ਉਹ ਕਹਿੰਦਾ ਕਿ ਮੈਂ ਤੁਹਾਨੂੰ ਕੋਈ ਰੂਹਾਨੀ ਬਖਸ਼ਿਸ਼ ਦੇਵਾਂ ਤੇ ਤੁਹਾਡੇ ਈਮਾਨ ਦੀ ਜਿਹੜੀ ਕਿਨੂੰ ਕਿ ਚਰਚਾ ਹੋਣ ਡਿਆ ਉਹ ਤੁਹਾਡੇ ਕੋਲ ਲਵਾਂ। ਸੋ ਕਿੰਨਾ ਡਾਕਟਰ ਸਾਹਿਬ ਜ਼ਰੂਰੀ ਹੈ ਕਿ ਅਸੀਂ ਜਦੋਂ ਯਾਨੀ ਈਮਾਨ ਦੀ ਯਾਨੀ ਖਾਸ ਤੌਰ ਤੇ ਜਦੋਂ ਅਸੀਂ ਇੱਕ ਦੂਸਰੇ ਦੇ ਨਾਲ ਹਮ ਈਮਾਨ ਆ
ਅਸੀਂ ਇੱਕ ਇਮਾਨ ਵਿੱਚ ਹਾਂ, ਜਾਂ ਅਸੀਂ ਉਹਦੀ ਮਖਲੂਕ ਉਹਦੇ ਪੈਰੋਕਾਰ ਹਾਂ, ਇਮਾਨਦਾਰ ਹਾਂ। ਜੀ ਕਿੰਨਾ ਜ਼ਰੂਰੀ ਹੈ ਕਿ ਅਸੀਂ ਇਹ ਵਾਲੀ ਗਿਵ ਐਂਡ ਟੇਕ ਜਿਹੜੀ ਉਹ ਕਰੀਏ, ਕਿ ਕੋਈ ਸਾਡੇ ਕੋਲ ਅਗਰ ਰੂਹਾਨੀ ਨਿਮਤ ਹੈ ਤੇ ਅਸੀਂ ਦੂਸਰੇ ਨੂੰ ਦਈਏ, ਤੇ ਜਿਹੜੀ ਉਹਦੀ ਅੱਛੀ ਚੀਜ਼ ਉਹ ਅਸੀਂ ਉਹਦੇ ਕੋਲ ਲਈਏ। ਕਿੰਨਾ ਜ਼ਰੂਰੀ ਹੈ। ਬਹੁਤ ਜ਼ਰੂਰੀ। ਮੈਂ ਐਕਚੁਅਲੀ ਮੈਂ ਕਹਿੰਦਾ ਮੈਂ ਚਲਾ ਗਿਆ, ਮੈਂ ਥੋੜਾ ਜਿਹਾ ਦੱਸਣਾ ਸੀਗਾ ਕਿ ਇਹਨਾਂ ਦਾ ਈਮਾਨ ਜਿਹੜਾ ਸੀ ਉਹ ਇਸ ਕਰਕੇ ਬੜਾ ਜਿਹਨੂੰ ਕਹੀਏ ਕਿ ਜਿੱਦਾਂ ਉਹਨੇ ਕਿਹਾ ਪੌਲੁਸ ਨੇ ਕਿ ਸਾਰੀ ਦੁਨੀਆ ਜਾਣਦੀ ਹੈ, ਉਹ ਇਸ ਕਰਕੇ ਕਿਉਂਕਿ ਇਹਨਾਂ ਦਾ ਜਿਹੜੀ ਕਨਵਰਸ਼ਨ ਸੀਗਾ ਇੱਕ ਤਾਂ ਲੇਟ ਚ ਹੋਇਆ, ਲੇਕਿਨ ਇਹਨਾਂ ਨੂੰ ਮੈਨੂੰ ਲੱਗਾ ਇਹਨਾਂ ਨੂੰ ਪਤਾ ਲੇਟ ਲੱਗਾ ਜਾਂ ਜੋ ਵੀ ਹੈ, ਕਿਉਂਕਿ ਇਹ ਜਿਹੜਾ ਚਰਚ ਰੋਮਨ ਚਰਚ ਜਿਹੜਾ ਐਸਟੈਬਲਿਸ਼ ਕੀਤਾ ਗਿਆ ਸੀ, ਇਹ ਨਾ ਤੇ ਪੌਲ ਨੇ ਕੀਤਾ ਤੇ ਨਾ ਪੀਟਰ ਨੇ ਕੀਤਾ। ਸਹੀ, ਉਦੋਂ ਤੱਕ ਤੇ ਗਿਆ ਹੀ ਕੋਈ ਨਹੀਂ ਸੀ ਉੱਥੇ। ਹਾਂਜੀ, ਇਹ ਕਿਸੇ ਨੇ ਐਸਟੈਬਲਿਸ਼ ਨਹੀਂ ਕੀਤਾ ਸੀ। ਇਹ ਸਿਰਫ ਉਹ ਪੈਂਟੀਕੋਸਟ ਵਾਲੇ ਦਿਨ ਤੋਂ ਹੀ ਜਿਹੜੇ ਲੋਕੀ ਕਨਵਰਟ ਹੋਏ ਸੀਗੇ ਉਹ ਉੱਥੇ ਗਏ ਤੇ ਉਹਨਾਂ ਨੇ ਹੌਲੇ ਕਨਵਰਸ਼ਨ ਆਪਣੀ ਕੀਤੀ। ਤੇ ਉਹਦੇ ਬਾਅਦ ਵੀ ਹੋ ਸਕਦਾ, ਜ਼ਰੂਰੀ ਨਹੀਂ ਕਿ ਉਸੇ ਦਿਨ ਹੋਏ, ਉਹਦੇ ਬਾਅਦ ਵੀ ਨਹੀਂ, ਉਸ ਤੋਂ ਬਾਅਦ ਵੀ। ਹਾਂਜੀ, ਮੈਂ ਕਹਿ ਰਿਹਾ ਕਿ ਮਤਲਬ ਉਸ ਤੋਂ ਬਾਅਦ ਮਤਲਬ ਸ਼ੁਰੂਆਤ ਅਸੀਂ ਉਸ ਦਿਨ ਤੋਂ ਮੰਨ ਸਕਦੇ ਹਾਂ ਅਸੀਂ, ਕਿਉਂਕਿ ਉਹ ਇੱਕ ਲਾਰਜ ਸਕੇਲ ਤੇ ਕਨਵਰਸ਼ਨ ਹੋਈ ਸੀ ਔਰ ਐਵਰੀ ਲੈਂਗੁਏਜ ਕਨਵਰਸ਼ਨ ਹੋਈ ਸੀ, ਤੇ ਅਸੀਂ ਉਹਨੂੰ ਇੱਕ ਕੋਰਿਲੇਸ਼ਨ ਦੇ ਸਕਦੇ ਹਾਂ ਕਿ ਸ਼ਾਇਦ ਉੱਥੋਂ ਸ਼ੁਰੂ ਹੋਇਆ। ਲੇਕਿਨ ਹਾਂਜੀ, ਤੇ ਇਹਨਾਂ ਦਾ ਈਮਾਨ ਜਿਹੜਾ, ਹੁਣ ਉਹੀ ਗੱਲ ਹੈ, ਇਹਨਾਂ ਕੋ ਦੇਖੋ ਉਹ ਈਮਾਨ ਜਿਹੜਾ ਜੋ ਈਮਾਨ ਦੀ ਸ਼ੇਅਰਿੰਗ ਕਰਨੀ ਹੈ, ਹਮ ਈਮਾਨ ਹੈਗੇ ਆ ਤੇ ਇੱਕ ਦੂਸਰੇ ਦੀ ਅਸੀਂ ਸ਼ੇਅਰਿੰਗ ਕਰਨੀ ਹੈ, ਅਸੀਂ ਇੱਕ ਦੂਸਰੇ ਨੂੰ ਐਨਕਰੇਜ ਕਰਨਾ ਹੈ। ਦੇਖੀਏ ਜੀ, ਬਾਰ-ਬਾਰ ਉਹ ਇਸਤੇਮਾਲ ਕਰਦਾ ਕਿ ਅਸੀਂ ਇੱਕ ਈਮਾਨ ਹੈ ਤੇ ਅਸੀਂ ਹੁਣ ਇੱਕ ਦੂਜੇ ਦੇ ਨਾਲ ਜਦੋਂ ਮੈਂ ਚਾਹੁੰਦਾ ਵਾਂ ਕਿ ਮੈਂ ਇੱਕ ਐਸਾ ਗਿਫਟ ਤੁਹਾਨੂੰ ਦਵਾਂ ਜਿਹੜਾ ਕਿ ਤੁਹਾਨੂੰ ਐਨਕਰੇਜ ਕਰੇ, ਤੇ ਜਿਹੜਾ ਸਾਨੂੰ ਦੋਵਾਂ ਨੂੰ ਬਾਅਦ ਚ ਕਹਿੰਦਾ ਮੈਂ ਵੀ ਕੁਝ ਲਵਾਂ ਤੁਹਾਡੇ ਕੋਲ, ਤਾਂ ਕਿ ਸਾਨੂੰ ਦੋਵਾਂ ਨੂੰ ਈਮਾਨ ਦੇ ਵਿੱਚ ਹੋਰ ਉੱਚਾ ਉਠਾਇਆ ਜਾਏ। ਯਾਨੀ ਕਿ ਅਸੀਂ ਇੱਕ ਦੂਸਰੇ ਨਾਲ ਸ਼ੇਅਰਿੰਗ ਕਰਨੀ ਹੈ, ਉਹ ਚੀਜ਼ ਐਨਕਰੇਜ ਕਰਨਾ ਹੈ, ਜਿਹੜਾ ਕਿ ਹੁਣ ਇਹੀ ਕਨਸੈਪਟ ਜਿਹੜਾ ਹੈ ਸਾਡੇ ਚਰਚਾਂ 'ਚ ਸੀਗਾ ਜਾਂ ਹੈ, ਰਾਈਟ, ਕਿ ਇੱਕ ਦੂਜੇ ਨੂੰ ਅਸੀਂ ਫੇਥਫੁਲੀ ਇੱਕ ਦੂਸਰੇ ਨੂੰ ਐਨਕਰੇਜ ਕਰਨਾ ਹੈ ਕਿ ਬਈ ਅਸੀਂ ਜਦੋਂ ਦੇਖੋ ਇਨਸਾਨ ਦੀ ਫਿਤਰਤ ਹੈ ਕਿ ਉਹ ਕਦੀ ਨਾ ਕਦੀ ਜ਼ਰੂਰ ਡਿੱਗੇਗਾ। ਠੀਕ ਹੈ, ਹੁਣ ਇਸੇ ਕਰਕੇ ਸਾਡੇ ਚਰਚਾਂ ਦੇ ਵਿੱਚ ਜਿੰਨੀ ਜ਼ਿਆਦਾ ਹੈਰਾਨੀ ਹੈ ਕਿ ਕੋਈ ਵੀ ਆਪਣਾ ਜਿਹਨੂੰ ਕਹੀਏ ਕਿ ਇਹ ਸ਼ੇਅਰ ਕਰਕੇ ਰਾਜ਼ੀ ਨਹੀਂ ਕਿ ਮੇਰੇ ਨਾਲ ਇਸ ਵਕਤ ਕੀ ਹੋ ਰਿਹਾ ਹੈ, ਰਾਈਟ। ਉਹਨੂੰ ਪ੍ਰਾਈਵੇਸੀ ਦਾ ਉਹ ਚੋਲਾ ਬਣਾਤਾ, ਰਾਈਟ। ਉਹਨੂੰ ਕਹਿਤਾ ਵੀ ਲੋਕੀ ਜਿਹੜੇ ਨੇ ਉਹ ਐਕਸਪਲੋਇਟ ਕਰਦੇ ਆ ਤੁਹਾਨੂੰ, ਜੇ ਤੁਸੀਂ ਆਪਣੀ ਕੋਈ ਵਲਨਰੇਬਿਲਿਟੀ ਜਾਂ ਆਪਣੀ ਕੋਈ ਮਾੜੀ ਗੱਲ ਜਾਂ ਆਪਣਾ ਕੋਈ ਗੁਨਾਹ ਸ਼ੇਅਰ ਕਰਦੇ ਹੋ। ਬੇਸਿਕਲੀ ਉਹ ਜਿਹੜੀ ਆਪਾਂ ਆਪਣੀ ਗੱਲ ਜਿਹੜੀ ਹੈ ਜਦੋਂ ਆਪਣੇ ਚਰਚ ਦੇ ਵਿੱਚ ਦੱਸਦੇ ਹਾਂ ਕਿ ਇਸ ਵੇਲੇ ਸਾਡੇ ਘਰ 'ਚ ਆਹ ਪ੍ਰੋਬਲਮ ਚੱਲ ਰਹੀ ਹੈ ਜਾਂ ਮੇਰੀ ਆਪਣੀ ਜ਼ਿੰਦਗੀ 'ਚ ਆਹ ਪ੍ਰੋਬਲਮ ਚੱਲ ਰਹੀ ਹੈ, ਤੇ ਇਹਦਾ ਮਤਲਬ ਇਹ ਕਿ ਤੁਸੀਂ ਦੋ ਕੰਮ ਕਰ ਰਹੇ ਹੋ। ਤੁਸੀਂ ਆਪਣੇ ਆਪ ਨੂੰ ਦੱਸਦੇ ਹੋ ਕਿ ਅਸੀਂ ਬੜੇ ਕਮਜ਼ੋਰ ਹਾਂ, ਔਰ ਦੂਸਰਾ ਇਹ ਕਿ ਇਹ ਚਰਚ ਜਿਹੜਾ ਹੈ ਇਹ ਖੁਦਾ ਦਾ ਚਰਚ ਹੈ, ਅਸੀਂ ਈਮਾਨ 'ਚ ਸਾਰੇ ਇਕੱਠੇ ਹਾਂ, ਭੈਣ ਭਰਾ ਨੇ, ਤੇ ਅਸੀਂ ਇੱਕ ਦੂਸਰੇ ਨੂੰ ਹੁਣ ਲਿਫਟ ਕਰਾਂਗੇ, ਇੱਕ ਦੂਜੇ ਨੂੰ ਅਸੀਂ ਮਦਦ ਕਰਾਂਗੇ, ਅਸੀਂ ਇੱਕ ਦੂਜੇ ਦੇ ਨਾਲ ਦੁਆ ਕਰਾਂਗੇ, ਇੱਕ ਦੂਜੇ ਨੂੰ ਕਹਾਂਗੇ ਵੀ ਕੋਈ ਗੱਲ ਨਹੀਂ, ਜੇ ਹੋ ਗਈ ਗਲਤੀ ਕੋਈ ਨਹੀਂ, ਅਸੀਂ ਹੁਣ ਤੇਰੇ ਨਾਲ ਆ, ਹੁਣ ਦੁਬਾਰਾ ਤੋਂ ਨਾ ਕਰੀ, ਤੂੰ ਰਿਗਰੈਟ ਕਰ ਲਾ, ਤੂੰ ਪਛਤਾਵਾ ਕਰ ਲਾ ਤੇ ਸਾਡੇ ਨਾਲ ਚੱਲ ਅੱਗੇ ਵੱਧ। ਤੇ ਮਤਲਬ ਕਿ ਉਹ ਹੈਗੀ ਸ਼ੇਅਰਿੰਗ, ਰਾਈਟ। ਤੇ ਇਹ ਹੁਣ ਇੱਕ ਛੋਟਾ ਜਿਹਾ ਇੰਸਪੈਕਟ ਹੈ। ਅਸੀਂ ਅੱਗੇ ਜੇ ਗੱਲ ਕਰਦੇ ਰਹੇ ਕਿ ਸ਼ੇਅਰਿੰਗ ਜਿਹੜੀ ਹੈ ਬਹੁਤ ਜ਼ਿਆਦਾ ਲੈਵਲ ਤੇ ਅਸੀਂ ਸ਼ੇਅਰਿੰਗ ਕਰਨੀ ਹੈ ਇੱਕ ਦੂਸਰੇ ਦੇ ਨਾਲ, ਤੇ ਤਾਂ ਹੀ ਉਹ ਅਸੀਂ ਇੱਕ ਦੂਜੇ ਨੂੰ ਅੱਗੇ ਵਧਣ 'ਚ ਹੈਲਪ ਕਰ ਸਕਦੇ ਹਾਂ ਟੂਵਰਡਸ ਈਮਾਨ। ਜੀ, ਰਾਈਟ। ਹਾਂਜੀ, ਤੁਹਾਡੇ ਜਦੋਂ ਤੁਸੀਂ ਨਹੀਂ ਸੋ ਇੱਥੇ ਤੇ ਮੈਂ ਇਹ ਸਵਾਲ ਬ੍ਰਦਰ ਜੀ ਨੂੰ ਪੁੱਛਿਆ ਕਿ ਯਾਨੀ ਇਹ ਬਹੁਤ ਵੱਡਾ ਕੰਪਲੀਮੈਂਟ ਦਿੰਦਾ ਹੈ ਕਿ ਕਹਿੰਦਾ ਕਿ ਪਹਿਲਾਂ ਮੈਂ ਜਿਹੜੇ ਖੁਦਾ ਦੀ ਮੈਂ ਇਬਾਦਤ ਕਰਨਾ ਤੇ ਉਹਦੇ ਪੁੱਤਰ ਦੀ ਮੁਨਾਦੀ ਕਰਨਾ, ਠੀਕ ਹੈ, ਉਹਨੂੰ ਯਾਦ ਰੱਖਦਿਆਂ ਤੁਹਾਡਾ ਸ਼ੁਕਰ ਕਰਨਾ ਤੁਹਾਡੇ ਲਈ ਬੜਾ ਵੱਡਾ ਕੰਪਲੀਮੈਂਟ ਹੈ। ਖੁਦਾ ਦਾ ਸ਼ੁਕਰ ਕਰਨਾ ਕਿ ਤੁਹਾਡੇ ਈਮਾਨ ਦਾ ਚਰਚਾ ਜਿਹੜਾ ਜਾਂ ਉਹਦੀ ਮਸ਼ਹੂਰੀ ਜਿਹੜੀ ਹੈ ਸਾਰੀ ਦੁਨੀਆ 'ਚ ਹੋ ਰਹੀ ਹੈ, ਔਰ ਬਹੁਤ ਵੱਡਾ ਕੰਪਲੀਮੈਂਟ। ਮੈਂ ਬ੍ਰਦਰ ਜੀ ਨੂੰ ਸਵਾਲ ਇਹੀ ਕੀਤਾ ਸੀ ਕਿ ਅਸੀਂ ਤੇ ਵੇਖਦੇ ਹਾਂ ਕਿ ਲੋਕੀ ਲੱਤਾਂ ਖਿੱਚਣ ਨੂੰ ਫਿਰਦੇ ਨੇ ਜ਼ਿਆਦਾ, ਤੇ ਕੰਪਲੀਮੈਂਟ ਅਸੀਂ ਕਦੀ ਘੱਟ ਕਿਸੇ ਨੂੰ ਦਿੰਦੇ ਹਾਂ, ਲੇਕਿਨ ਇਮਾਨਦਾਰ 'ਚ ਇੱਕ ਈਮਾਨ 'ਚ ਹੁੰਦਿਆਂ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਇੱਕ ਦੂਜੇ ਨੂੰ ਕੰਪਲੀਮੈਂਟ ਦਈਏ,
ਇੱਕ ਦੂਜੇ ਦੀ ਐਪਰੀਸੀਏਸ਼ਨ ਕਰੀਏ, ਠੀਕ ਹੈ। ਔਰ ਜਦੋਂ ਅਸੀਂ ਇਸ ਤਰ੍ਹਾਂ ਕਰਨੇ ਆ ਤੇ ਫਿਰ ਦੂਜੇ ਵੀ ਤੁਹਾਡੇ ਨਾਲ ਇੰਜ ਹੀ ਕਰਦੇ ਨੇ। ਬੜੀ ਮਸ਼ਹੂਰ ਆਇਤ ਹੈ, ਮੈਂ ਅੱਗੇ ਵੀ ਜ਼ਿਕਰ ਕੀਤਾ ਇਹਦਾ, ਕਿ ਖੁਦਾਵੰਦ ਯਿਸੂ ਨੇ ਕਿਹਾ ਪਹਾੜੀਵਾਸ ਦੇ ਖਿਤਾਮ ਤੇ ਕਿ ਜੋ ਕੁਝ ਤੁਸੀਂ ਚਾਹੁੰਦੇ ਹੋ ਕਿ ਲੋਕੀ ਤੁਹਾਡੇ ਨਾਲ ਕਰਨ, ਤੁਸੀਂ ਵੀ ਕੀ ਕਰੋ, ਉਹਨਾਂ ਦੇ ਨਾਲ ਉਹੀ ਕੰਮ ਕਰੋ। ਹਾਂਜੀ। ਸੋ ਇਹ ਬੜਾ ਜ਼ਰੂਰੀ ਕਿ ਜੇ ਅਸੀਂ ਕਿਸੇ ਨੂੰ ਐਪਰੀਸ਼ੀਏਟ ਕਰਨੇ ਆ ਤੇ ਫਿਰ ਸਾਨੂੰ ਕੋਈ ਐਪਰੀਸ਼ੀਏਟ ਕਰੇਗਾ। ਕੀ ਖਿਆਲ? ਹਾਂਜੀ, ਐਪਰੀਸ਼ੀਏਟ ਵੀ ਕਰੇਗਾ ਤੇ ਦੂਸਰੀ ਗੱਲ ਇਹ ਕਿ ਅਸੀਂ ਇੱਕ ਦੂਜੇ ਨੂੰ ਇਨਕਰੇਜ ਵੀ ਇਸੇ ਤਰ੍ਹਾਂ ਕਰ ਸਕਦੇ ਹਾਂ। ਐਪਰੀਸ਼ੀਏਟ ਤਾਂ ਹੋ ਗਿਆ ਜਦੋਂ ਕੋਈ ਚੰਗਾ ਕੰਮ ਕੀਤਾ, ਤੇ ਜਦੋਂ ਕੋਈ ਮਾੜਾ ਕੰਮ ਕੀਤਾ ਤੇ ਫਿਰ ਉਹਨੂੰ ਐਪਰੀਸ਼ੀਏਟ ਤੇ ਨਹੀਂ ਕਰ ਸਕਦੇ, ਲੇਕਿਨ ਆਪਾਂ ਉਹਨੂੰ ਆਪਾਂ ਡਿਨਾਊਂਸ ਨਹੀਂ ਕਰ ਸਕਦੇ, ਉਹਨੂੰ ਆਪਾਂ ਮਾੜਾ ਨਹੀਂ ਕਹਿਣਾ, ਲੜਕੇ ਉਹਦੇ ਨਾਲ ਖੜ ਜਾਣਾ ਹੈ ਜਾ ਕੇ। ਮੇਨ ਗੱਲ ਇਹ ਹੁੰਦੀ ਹੈ ਕਿ ਦੇਖੋ ਜੀ, ਜੇ ਕਿਸੇ ਦੇ ਘਰ 'ਚ ਕੋਈ ਗੱਲ ਹੋ ਗਈ ਜਾਂ ਕੁਝ ਪ੍ਰੋਬਲਮ ਹੋ ਗਈ ਜਾਂ ਇਨਸਾਨ ਨੇ ਕੋਈ ਗਲਤੀ ਕਰਤੀ, ਤੇ ਜੇ ਉਹਨੇ ਕਨਫੈਸ਼ਨ, ਇਸੇ ਕਰਕੇ ਕਨਫੈਸ਼ਨ ਬੜਾ ਇੰਪੋਰਟੈਂਟ ਹੈ, ਰਾਈਟ। ਰੋਮਨ ਕੈਥੋਲਿਕ ਚਰਚਿਸ ਬੜੇ ਤਰੀਕੇ ਦੇ ਨਾਲ ਇਹਨੂੰ ਇਸਤੇਮਾਲ ਕਰਦੇ ਨੇ ਕਨਫੈਸ਼ਨ ਨੂੰ, ਰਾਈਟ। ਔਰ ਪਰ ਉਹਨੂੰ ਪ੍ਰਾਈਵੇਸੀ ਐਕਟ ਦੇ ਵਿੱਚ ਲੈ ਕੇ ਇਹਨੂੰ ਪ੍ਰਾਈਵੇਸੀ ਕਰਤਾ ਵੀ ਬਹੁਤ ਜ਼ਿਆਦਾ ਲਿਮਿਟਡ ਲੋਕਾਂ ਦੇ ਨਾਲ ਉਹ ਸ਼ੇਅਰ ਕਰਦੇ ਨੇ, ਹੋਰ ਕਿਸੇ ਨਾਲ ਸ਼ੇਅਰ ਨਹੀਂ ਕਰਦੇ। ਉਹ ਵੱਖਰੀ ਗੱਲ ਟੌਪਿਕ ਰਹਿ ਕੇ ਕਿਉਂ ਨਹੀਂ ਕਰਦੇ, ਕਿੱਦਾਂ ਹੈ। ਲੇਕਿਨ ਜਿੰਨੀ ਜ਼ਿਆਦਾ ਅਸੀਂ ਆਪਣਾ ਕਨਫੈਸ਼ਨ ਕਰਾਂਗੇ, ਜਿੰਨੀ ਜ਼ਿਆਦਾ ਆਪਣਾ ਵਿਟਨੈਸ ਦੇਵਾਂਗੇ ਲੋਕਾਂ ਨੂੰ, ਵਿਟਨੈਸ ਤੁਸੀਂ ਉਦੋਂ ਹੀ ਦੇ ਸਕਦੇ ਹੋ, ਤੁਸੀਂ ਇਹਦਾ ਵਿਟਨੈਸ ਨਹੀਂ ਦੇ ਸਕਦੇ। ਵਿਟਨੈਸ ਜ਼ਿਆਦਾ ਸਟਰੋਂਗ ਵਿਟਨੈਸ ਉਹ ਹੁੰਦਾ ਹੈ ਜਦੋਂ ਇਨਸਾਨ ਗਲਤੀ ਹੋਵੇ ਤੇ ਮੰਨ ਕੇ ਤੇ ਕਵੇ ਮੈਂ ਹੁਣ ਖੁਦਾ ਦੇ ਨਾਲ ਜੁੜਿਆ ਵਾਂ, ਤੇ ਉਹਦਾ ਵਿਟਨੈਸ ਜਿਹੜਾ ਉਹ ਜ਼ਿਆਦਾ ਸਟਰੋਂਗ ਹੁੰਦਾ ਹੈ ਐਜ਼ ਕੰਪੇਅਰ ਟੂ ਕਿ ਮੈਂ ਹੁਣ ਇੱਥੇ ਪਹੁੰਚ ਗਿਆ, ਮੈਂ ਆਹ ਕਰਤਾ, ਮੈਂ ਉਹ ਕਰਤਾ। ਉਹ ਜ਼ਿਆਦਾ ਬੋਸਟਿੰਗ ਹੋ ਜਾਂਦੀ ਹੈ। ਤੇ ਅਸਲੀ ਵਿਟਨੈਸ ਜਿਹਨੂੰ ਕਹੀਏ ਜਾਂ ਅਸਲੀ ਕਨਫੈਸਿੰਗ ਜਿਹੜੀ ਉਹ ਇਹੀ ਹੈ ਕਿ ਬਈ ਮੈਂ ਗਲਤ ਸੀਗਾ, ਹੁਣ ਮੈਂ ਠੀਕ ਹੋ ਗਿਆ, ਤੇ ਰੱਬ ਜਿਹੜਾ ਉਹ ਮੇਰੇ ਨਾਲ ਹੈ, ਉਹਨੇ ਮੇਰੀ ਇੰਨੀ ਮਦਦ ਕੀਤੀ ਹੈ। ਐਂਡ ਆਈ ਥਿੰਕ ਉਹ ਇੱਕ ਕਨਸੈਪਟ ਹੈ ਜਿਹੜਾ ਕਿ ਐਨਕਰੇਜ ਕਰਨਾ ਐਂਡ ਐਪਰੀਸ਼ੀਏਟ ਕਰਨਾ, ਸੋ ਦੋਵੇਂ ਪਾਸੇ ਲੈਣੇ ਪੈਣਗੇ ਸਾਨੂੰ। ਐਪਰੀਸ਼ੀਏਟ ਕਰੋ ਜਦੋਂ ਚੰਗਾ ਕੰਮ ਕਰਦਾ, ਐਨਕਰੇਜ ਕਰੋ ਜਦੋਂ ਮਾੜਾ ਕੰਮ ਹੋ ਜਾਏ, ਕੋਈ ਗਲਤੀ ਹੋ ਜਾਏ, ਕਿ ਬਈ ਕੋਈ ਗੱਲ ਨਹੀਂ, ਅਸੀਂ ਸਾਰੇ ਗੁਨਾਹਗਾਰ ਹਾਂ, ਅਸੀਂ ਸਾਰੇ ਇਕੱਠੇ ਤੇਰੇ ਨਾਲ ਹਾਂ, ਅਸੀਂ ਦੁਆ ਕਰਦੇ ਹਾਂ, ਅਸੀਂ ਸਾਰੇ ਈਮਾਨ 'ਚ ਇਕੱਠੇ ਹਾਂ, ਤੇ ਲੈਟਸ ਪ੍ਰੇ ਟੁਗੇਦਰ ਐਂਡ ਹੀਲ whatever problems we have in our church। ਬਹੁਤ ਅੱਛੇ ਡਾਕਟਰ ਸਾਹਿਬ, ਬਹੁਤ ਸ਼ੁਕਰੀਆ। ਤੁਹਾਡੇ ਹਮੇਸ਼ਾ ਵਿਚਾਰ ਬੜੇ ਖੂਬਸੂਰਤ ਹੁੰਦੇ ਨੇ ਔਰ ਬੜੀ ਅੱਛੀਆਂ ਗੱਲਾਂ ਤੁਸੀਂ ਕਰਦੇ ਹੋ। ਬ੍ਰਦਰ ਜੀ, ਜਾਣ ਤੋਂ ਪਹਿਲਾਂ ਅਸੀਂ ਬ੍ਰੇਕ ਤੇ ਜਾਣਾ, ਤੇ ਉਸ ਤੋਂ ਪਹਿਲਾਂ ਉਹ ਜ਼ਿਕਰ ਕਰਦਾ ਕਿ ਯਾਨੀ ਜਦੋਂ ਕਹਿੰਦਾ ਗਿਵ ਐਂਡ ਟੇਕ ਦਾ, ਤੇ ਉਹ ਕਹਿੰਦਾ ਕਿ ਤੁਹਾਡੇ ਈਮਾਨ ਤੋਂ ਕੀ ਕਰਾਂ, ਮੈਨੂੰ ਤਸੱਲੀ ਮਿਲੇ, ਠੀਕ ਹੈ, ਜਿਹੜਾ ਮੇਰੇ ਤੇ ਤੁਹਾਡੇ ਦੋਵਾਂ ਵਿਚਕਾਰ ਹੈ, ਠੀਕ ਹੈ। ਯਾਨੀ ਉਹ ਕਹਿੰਦਾ ਕਿ ਤੁਹਾਡਾ ਈਮਾਨ ਜਿਹੜਾ ਤੇ ਮੇਰਾ ਈਮਾਨ ਜਿਹੜਾ ਉਹ ਸੇਮ ਹੈ, ਹਾਂਜੀ, ਹੈਨਾ। ਤੇ ਯਾਨੀ ਕਦੀ ਕਦੀ ਅਸੀਂ ਆਉਂਦੇ ਜੀ ਇਹਦਾ ਈਮਾਨ ਬੜਾ ਘੱਟ ਹੈ ਤੇ ਇਹਦਾ ਈਮਾਨ ਬਹੁਤ ਜ਼ਿਆਦਾ ਹੈ। ਹਾਲੀ ਕਿ ਯਾਨੀ ਇਹ ਸੋਚਣਾ ਚਾਹੀਦਾ ਕਿ ਜਿਹੜੇ ਖੁਦਾ ਨੂੰ ਤੇ ਅਸੀਂ ਈਮਾਨ ਰੱਖਦੇ ਹਾਂ, ਉਹਦੇ ਤੇ ਹੀ ਇਹ ਈਮਾਨ ਰੱਖਦਾ ਹੈ। ਕੀ ਖਿਆਲ ਹੈ, ਕਿੰਨਾ ਜ਼ਰੂਰੀ ਹੈ ਕਿ ਅਸੀਂ ਇਸ ਗੱਲ ਨੂੰ ਯਾਦ ਰੱਖੀਏ ਕਿ ਅਸੀਂ ਇੱਕ ਈਮਾਨ 'ਚ ਹਾਂ। ਇਸ ਲਈ ਅਸੀਂ ਕਹਿੰਦੇ ਨਾ ਅਸੀਂ ਇੱਕ ਇਮਾਨਦਾਰ ਜੀ। ਹਾਂਜੀ, ਇਹ ਬੜਾ ਜ਼ਰੂਰੀ ਹੈ। ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕੀਤਾ, ਡਾਕਟਰ ਸਾਹਿਬ ਨੇ ਵੀ ਜ਼ਿਕਰ ਕੀਤਾ ਕਿ ਪੌਲ ਇੱਥੇ ਗੱਲ ਕਰਦਾ ਹੈ ਜਿਹੜਾ ਸਪਿਰਿਚੁਅਲ ਗਿਫਟ ਦਾ ਇੰਪਾਰਟ ਕਰਨ ਦਾ, ਐਨਕਰੇਜ ਕਰਨ ਦਾ, ਐਪਰੀਸੀਏਸ਼ਨ ਕਰਨ ਦਾ। ਤੇ ਕਿਉਂਕਿ ਅਮਾਨ ਸਾਡਾ ਇੱਕੋ ਹੀ ਹੈ, ਅਸੀਂ ਇੱਕੋ ਹੀ ਖੁਦਾ ਦੇ ਉੱਤੇ ਅਮਾਨ ਕਰਦੇ ਹਾਂ, ਉਹਦੇ ਬੇਟੇ ਪ੍ਰਭੂ ਯਿਸੂ ਮਸੀਹ ਤੇ ਅਮਾਨ ਕਰਦੇ ਹਾਂ, ਪ੍ਰਭੂ ਪਵਿੱਤਰ ਆਤਮਾ ਦੇ ਉੱਤੇ, ਪਾਕ ਰੂਹ ਦੇ ਉੱਤੇ ਅਮਾਨ ਕਰਦੇ ਹਾਂ, ਔਰ ਇਸ ਪਵਿੱਤਰ ਵਚਨ ਦੇ ਉੱਤੇ ਅਮਾਨ ਕਰਦੇ ਹਾਂ। ਤੇ ਇਹ ਕੋਈ ਪੈਮਾਨਾ ਨਹੀਂ ਹੈ ਕਿ ਅਸੀਂ ਕਹਿ ਸਕੀਏ ਇਹਦਾ ਅਮਾਨ ਛੋਟਾ ਹੈ, ਇਹਦਾ ਅਮਾਨ ਵੱਡਾ ਹੈ। ਪਰ ਸਾਨੂੰ ਇਹ ਕਰਨਾ ਚਾਹੀਦਾ ਹੈ ਕਿ ਇੱਕ ਦੂਸਰੇ ਨੂੰ ਅਸੀਂ ਐਨਕਰੇਜ ਕਰਨਾ ਹੈ, ਇੱਕ ਦੂਸਰੇ ਨੂੰ ਅਪਰੀਸ਼ੀਏਟ ਕਰਨਾ ਹੈ। ਕਿ ਜੇ ਕੋਈ ਦੁਆ ਕਰਨ ਵਾਲਾ ਹੈ ਤਾਂ ਉਹਨੂੰ ਕਹਿਣਾ ਕਿ ਤੂੰ ਬਹੁਤ ਵਧੀਆ ਦੁਆ ਜਿਹੜੀ ਹੈ ਕਰ ਰਿਹਾ, ਹੋਰ ਅੱਗੇ ਇਹਦੇ ਵਿੱਚ ਵੱਧ ਜੀ। ਜੇ ਕੋਈ ਵਚਨ ਨੂੰ ਸ਼ੇਅਰ ਕਰ ਰਿਹਾ ਹੈ ਤੇ ਉਹਨੂੰ, ਜੇ ਤੁਹਾਨੂੰ ਕੁਝ ਪਤਾ ਹੈ, ਕੁਝ ਖੁਦਾ ਨੇ ਤੁਹਾਡੇ ਉੱਤੇ ਰਿਵੀਲ ਕੀਤਾ ਹੈ, ਤੇ ਉਹਨੂੰ ਤੁਸੀਂ ਦੱਸੋ ਕਿ ਤੂੰ ਜਦੋਂ ਵਚਨ ਨੂੰ ਸਾਂਝਾ ਕਰਦਾ ਹੈ ਤੇ ਇਹ ਚੀਜ਼ਾਂ ਜਿਹੜੀਆਂ ਤੂੰ ਐਡ ਆਨ ਕਰ ਲਾ, ਤੇ ਹੋਰ ਅੱਛਾ ਜਿਹੜਾ ਹੈ ਤੂੰ ਈਜ਼ੀ ਵੇ ਦੇ ਨਾਲ ਲੋਕਾਂ ਨੂੰ ਜਿਹੜਾ ਹੈ ਉਹ ਸਮਝਾ ਸਕਦਾ ਹਾਂ। ਤੇ ਇਹ ਚੀਜ਼ਾਂ ਜਿਹੜੀਆਂ ਨੇ ਇੱਕ ਦੂਸਰੇ ਤੋਂ ਅਸੀਂ ਜਿਹੜਾ ਹੈ ਉਹ ਲੈ ਸਕਦੇ ਹਾਂ, ਤੇ ਉਹਦੇ ਨਾਲ ਅਸੀਂ ਜਿਹੜਾ ਹੈ ਮਜ਼ਬੂਤ ਹੁੰਦੇ ਹਾਂ, ਅਸੀਂ ਸਟਰੈਂਥਨ ਹੁੰਦੇ ਹਾਂ, ਤੇ
ਉਹਦੇ ਵਿੱਚ ਫਿਰ ਅੱਗੇ ਅਸੀਂ ਹੋਰ ਅਮਾਨ ਦੇ ਵਿੱਚ ਜਿਹੜਾ ਹੈ ਮਜ਼ਬੂਤ ਹੋ ਕੇ ਅੱਗੇ ਜਿਹੜਾ ਹੈ ਉਹ ਵੱਧਦੇ ਹਾਂ। ਬਹੁਤ ਅੱਛੇ, ਸ਼ੁਕਰੀਆ ਜੀ। ਬ੍ਰੇਕ ਦਾ ਟਾਈਮ ਹੋਣ ਡਿਆ ਤੇ ਅਸੀਂ ਫਿਰ ਮਿਲਦੇ ਹਾਂ ਬ੍ਰੇਕ ਦੇ ਬਾਅਦ। ਸ਼ੁਕਰੀਆ। ਥੈਂਕ ਯੂ। ਥੈਂਕ ਯੂ। Hello to our precious partners and fellow workers in God's bountiful field. Together, let's give God glory and honor for all His blessings to ABN in 2021, and what an exciting time it has been. Our Father granted us abundant spiritual fruit beyond our expectations through our discipleship project, which we started in January 2021. Here are a few examples of God's work through ABN in the past 12 months. There have been 270 episodes in Arabic, 312 episodes in Farsi, 86 episodes in Urdu, and 77 episodes in Kurdish. In addition, ABN has aired episodes in Bengali, Surat, Turkish, Dari, and Pashto, as well as Tamil and Punjabi. Our heartfelt prayer is for the Lord to continue to bless these powerful productions to impact the spiritual growth of many in these nations and around the world. ਹਾਂਜੀ, ਬ੍ਰੇਕ ਦੇ ਬਾਅਦ ਫਿਰ ਅਸੀਂ ਤੁਹਾਨੂੰ ਵੈਲਕਮ ਕਰਨੇ ਆ, ਸਵਾਗਤ ਕਰਨੇ ਤੁਹਾਡਾ। ਤੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸਾਂ ਈਮਾਨ ਦੀ, ਕਿ ਸਾਰੇ ਅਸੀਂ ਜਿਹੜੇ ਆ ਉਹ ਇੱਕ ਈਮਾਨ 'ਚ ਆ। ਤੇ ਮੈਨੂੰ ਯਾਦ ਹੈ ਕਿ ਯਾਨੀ ਕਿਸੇ ਨੇ ਜ਼ਿਕਰ ਕੀਤਾ ਕਿ ਅਕਲ ਵੀ ਸਾਰਿਆਂ ਦੀ ਬਰਾਬਰ ਹੁੰਦੀ ਹੈ। ਇਹ ਨਹੀਂ ਕਿਸੇ ਨੂੰ ਪਾ ਮਿਲੀ ਹੁੰਦੀ ਹੈ ਤੇ ਕਿਸੇ ਨੂੰ ਸੇਰ ਮਿਲਦੀ ਹੈ, ਬਲਕਿ ਇਹ ਸਿਰਫ ਇਸਤੇਮਾਲ ਕਰਨ ਦੀ ਗੱਲ ਹੈ। ਸੋ ਈਮਾਨ ਵੀ ਸਾਡਾ ਇੱਕ ਹੀ ਹੈ, ਯਾਨੀ ਇਹ ਨਹੀਂ ਕਿਸੇ ਕੋਲ ਇੱਕ ਪਾ ਹੈ ਤੇ ਕਿਸੇ ਕੋਲ ਸੇਰ ਹੈ ਜਾਂ ਸਵਾ ਸੇਰ ਹੈ। ਇਹ ਵੀ ਇੱਕੋ ਹੀ, ਸਾਰਿਆਂ ਦੇ ਕੋਲ ਇੱਕੋ ਹੀ ਈਮਾਨ ਹੈ। ਹਾਂਜੀ, ਅੱਗੇ ਚਲੀਏ। ਤੇ ਲਿਖਿਆ ਕਿ ਜਿਹੜਾ ਭਰਾਓ, ਮੈਂ ਨਹੀਂ ਚਾਹੁੰਦਾ ਵੀ ਤੁਸੀਂ ਇਸ ਗੱਲੋਂ ਬੇਖਬਰ ਹੋ ਵੀ ਮੈਂ ਕਈ ਵਾਰ ਤੁਹਾਡੇ ਕੋਲ ਆਉਣ ਦਾ ਇਰਾਦਾ ਕੀਤਾ, ਵੀ ਜਿਵੇਂ ਮੈਨੂੰ ਹੋਰਨਾਂ ਗੈਰ ਕੌਮਾਂ ਵਿੱਚ ਫਲ ਮਿਲਿਆ ਉਸੇ ਤਰ੍ਹਾਂ ਤੁਹਾਡੇ ਵਿੱਚ ਵੀ ਮਿਲੇ, ਪਰ ਅੱਜ ਤੀਕਰ ਰੁਕਿਆ ਰਿਹਾ। ਮੈਂ ਯੂਨਾਨੀਆਂ ਤੇ ਗੈਰ ਯੂਨਾਨੀਆਂ, ਦਨਾਵਾਂ ਤੇ ਨਾਦਾਨਾਂ ਦਾ ਕਰਜ਼ਾਈ ਹਾਂ। ਸੋ ਮੈਂ ਆਪਣੀ ਤਾਕਤ ਦੇ ਸਬਬੋਂ ਤੁਹਾਨੂੰ ਵੀ ਜਿਹੜੇ ਰੋਮਾਂ ਵਿੱਚੋਂ ਖੁਸ਼ਖਬਰੀ ਸੁਣਾਉਣ ਨੂੰ ਤਿਆਰ ਹਾਂ। ਹਾਂਜੀ, ਗੱਲ ਇੱਥੇ ਇਹ ਵੇ ਕਿ ਇੱਕ ਗੱਲ ਅਸੀਂ ਵੇਖਦੇ ਹਾਂ ਕਿ ਜਿਹੜਾ ਪੌਲੁਸ ਹੈ ਉਹ ਬਹੁਤ ਜ਼ਿਆਦਾ ਮੁਸ਼ਤਾਕ ਹੈ, ਜਾਂ ਬਹੁਤ ਜ਼ਿਆਦਾ ਉਹਦਾ ਦਿਲ ਕਰਦਾ ਕਿ ਉਹ ਜਾ ਕੇ ਕੀ ਕਰੇ, ਇਹਨਾਂ ਨੂੰ ਵਿਜ਼ਿਟ ਕਰੇ, ਇਹਨਾਂ ਨੂੰ ਮਿਲੇ। ਔਰ ਯਾਨੀ ਉਹ ਇੱਕ ਗੱਲ ਇੱਥੇ ਕਰਦਾ ਕਿ ਯਾਨੀ ਮੈਨੂੰ ਬਹੁਤ ਸਾਰਾ ਫਲ ਮਿਲਿਆ ਗੈਰ ਕੌਮਾਂ ਦੇ ਵਿੱਚ, ਠੀਕ ਹੈ, ਤੇ ਚਾਹੁੰਦਾ ਮੈਂ ਇਹ ਵਾਂ ਕਿ ਉਸ ਤਰ੍ਹਾਂ ਹੀ ਇਹ ਫਲ ਜਿਹੜਾ ਤੁਹਾਡੇ ਵਿੱਚ ਮਿਲੇ। ਹਾਂਜੀ, ਇਹ ਯਾਨੀ ਅਸੀਂ ਜਦੋਂ ਵੇਖਦੇ ਹਾਂ ਕਿ ਕਿਸ ਤਰ੍ਹਾਂ ਜਿਹੜੀ ਮਸੀਹਤ ਹੈ ਜਾਂ ਕ੍ਰਿਸਚੈਨਿਟੀ ਜਿਹੜੀ ਹੈ ਉਹ ਕਿਸ ਤਰ੍ਹਾਂ ਅੱਗੇ ਵਧੀ, ਤੇ ਉਹਦੇ 'ਚ ਅਸੀਂ ਪੌਲੁਸ ਦਾ ਬਹੁਤ ਵੱਡਾ ਕੰਮ ਵੇਖਦੇ ਹਾਂ। ਉਹਦੇ 3 ਮਿਸ਼ਨਰੀ ਸਫ਼ਰ ਨੇ, ਚੌਥਾ ਉਹਨੇ ਰੋਮ ਦੀ ਜਦੋਂ ਕੈਦੀ ਸੀ ਉਹਦੇ 'ਚ ਜਾਂਦਿਆਂ ਕੀਤਾ, ਫਿਰ ਉਹ ਰੋਮ 'ਚ ਗਿਆ ਵੀ ਜੀ। ਲੇਕਿਨ ਕਿੰਨਾ ਜ਼ਰੂਰੀ ਹੈ ਕਿ ਅਸੀਂ ਇਹ ਖੁਸ਼ਖਬਰੀ ਜਿਹੜੀ ਹੈ ਦੂਸਰਿਆਂ ਕੋਲ ਲੈ ਕੇ ਜਾਈਏ, ਠੀਕ ਹੈ, ਕਿੰਨਾ ਜ਼ਰੂਰੀ ਹੈ। ਬ੍ਰਦਰ ਜੀ ਜ਼ਰਾ 14ਵੀਂ ਆਇਤ ਫੇਰ ਪੜਿਓ। ਮੈਂ ਜਨਾਨੀਆਂ ਅਤੇ ਓਪਰਿਆਂ ਦਾ, ਬੁੱਧੀਵਾਨ ਅਤੇ ਨਿਰਬੋਧਾਂ ਦਾ ਕਰਜ਼ਦਾਰ ਹਾਂ। ਹਾਂਜੀ, ਜਿਹੜੇ ਗੱਲ ਵੱਲ ਮੈਂ ਯਾਨੀ ਤੁਹਾਡੀ ਤਵੱਜੋ ਦਿਵਾਉਣਾ ਚਾਹੁੰਦਾ ਉਹ ਇਹ ਵੇ ਕਿ ਉਹ ਕਹਿੰਦਾ ਕਿ ਮੈਂ ਕਰਜ਼ਦਾਰ, ਮੇਰੀ ਪੰਜਾਬੀ ਬਾਈਬਲ 'ਚ ਕਰਜ਼ਾਈ ਲਿਖਿਆ, ਇੱਕੋ ਹੀ ਗੱਲ ਜੀ। ਇਹ ਕਿਸ ਤਰ੍ਹਾਂ ਡਾਕਟਰ ਸਾਹਿਬ ਅਸੀਂ ਕਰਜ਼ਾਈ ਹੁੰਦੇ ਹਾਂ ਖੁਦਾ ਦੇ, ਯਾਨੀ ਕਿਸ ਤਰ੍ਹਾਂ ਉਹ ਕਹਿੰਦਾ ਕਿ ਮੈਂ ਕਰਜ਼ਾਈ ਹਾਂ, ਯੂਨਾਨੀਆਂ ਲਈ, ਗੈਰ ਯੂਨਾਨੀਆਂ ਲਈ, ਨਾਦਾਨਾਂ ਲਈ, ਦਨਾਵਾਂ ਲਈ ਮੈਂ ਕਰਜ਼ਦਾਰ ਹਾਂ। ਸੋ ਇਹ ਕਿਹੜਾ ਕਰਜ਼ ਉਹ ਲਾਣਾ ਚਾਹੁੰਦਾ ਹੈ?
ਅਸੀਂ ਪਹਿਲਾਂ ਵਰਸ 13 ਚ ਜੀ ਜੀ ਜਿਹੜੀ ਗੱਲ ਕੀਤੀ ਉਹਨੇ, ਫਲ ਜਿਹੜਾ ਫਲ ਮੈਨੂੰ ਦੂਸਰਿਆਂ ਚ ਮਿਲਿਆ ਵਾ, ਜੀ ਜੀ ਉਹ ਤੁਹਾਡੇ ਵਿੱਚ ਵੀ ਮਿਲੇ। ਬਿਲਕੁਲ ਠੀਕ ਹੈ। ਉਹ ਹੁਣ ਫਲ ਜਿਹੜਾ ਵਾ ਉਹ ਮੋਨਿਟਰੀ ਗੇਨ ਦੀ ਗੱਲ ਕਰ ਰਿਹਾ ਹੈ ਕਿ ਉਹ ਈਮਾਨ ਦੇ ਫਲ ਦੀ ਗੱਲ ਕਰ ਰਿਹਾ। ਸਹੀ। ਠੀਕ ਹੈ, ਇਹ ਪਹਿਲਾਂ ਸਮਝਣਾ ਹੈ ਕਿ ਉਹ ਕਿਹੜੇ ਫਲ ਦੀ ਗੱਲ ਕਰ ਰਿਹਾ। ਉਸੇ ਤਰ੍ਹਾਂ ਹੁਣ ਡੈਟ ਦੀ ਵੀ ਉਹੀ ਗੱਲ ਕਰ ਰਿਹਾ ਕਿ ਉਹ ਕਿਹੜੇ ਕਰਜ਼ ਦੀ ਗੱਲ ਕਰ ਰਿਹਾ, ਕਿ ਉਹ ਉਸ ਕਰਜ਼ ਦੀ ਗੱਲ ਕਰ ਰਿਹਾ ਹੈ ਜਿਹੜਾ ਕਿ ਸਪਿਰਿਚੁਅਲ ਕਰਜ਼ਾ ਹੈ ਉਹਦੇ ਤੇ, ਕਿ ਜਿੱਦਾਂ ਕਿ ਉਹਦੀ ਹੈਲਪ ਕੀਤੀ ਗਈ, ਰਾਈਟ, ਫਿਜ਼ੀਕਲੀ ਜਾਂ ਉਹਦੀ ਸਪਿਰਿਚੁਅਲੀ ਹੈਲਪ ਕੀਤੀ ਗਈ ਜਾਂ ਉਹਨੂੰ ਸਪੋਰਟ ਕੀਤਾ ਗਿਆ, ਉਹ ਉਸ ਕਰਜ਼ ਦੀ ਗੱਲ ਕਰ ਰਿਹਾ ਹੈ, ਜਾਂ ਉਹ ਉਸ ਕਰਜ਼ ਦੀ ਗੱਲ ਕਰ ਰਿਹਾ ਹੈ ਕਿ ਜਿਹੜਾ ਕਿ ਮੋਨਿਟਰੀ ਹੈ, ਕਿ ਪੈਸੇ ਉਹਨੇ ਕਿਸੇ ਕੋਲ ਲਏ ਜਾਂ ਕੁਝ ਦੇਣੇ। ਪਰ ਅਸੀਂ ਜਾਣਦੇ ਹਾਂ ਕਿ ਇਹ ਇੱਕ ਪੌਲੂਸ ਦੀ ਲਿਖੀ ਹੋਈ ਚਿੱਠੀ ਹੈ। ਇਹਦੇ ਚ ਜੇ ਉਹਨੇ ਫਲ ਜੇ ਮੋਨਿਟਰੀ ਹੁੰਦਾ ਤੇ ਉਹ ਸਾਫ਼ ਕਹਿੰਦਾ ਕਿ ਇਹ ਫਲ ਜਿਹੜਾ ਹੈ ਮੋਨਿਟਰੀ ਹੈ, ਰਾਈਟ। ਲੇਕਿਨ ਨਹੀਂ, ਇਹ ਉਹ ਫਲ ਦੀ ਵੀ ਗੱਲ ਉਹੀ ਕਰ ਰਿਹਾ ਹੈ ਤੇ ਉਹ ਡੈਟ ਦੀ ਵੀ ਉਹੀ ਗੱਲ ਕਰ ਰਿਹਾ ਹੈ ਕਿ ਜਿਹੜਾ ਕਿ ਟੈਂਜੀਬਲ ਨਹੀਂ ਹੈ, ਜਿਹੜੇ ਕਿ ਪੈਸੇ ਦੇ ਨਾਲ ਰਿਲੇਟਡ ਨਹੀਂ ਹੈ। ਸਹੀ। ਯਾਨੀ ਕਿ ਉਹ ਇੱਕ ਐਸੇ ਕਰਜ਼ ਦੀ ਗੱਲ ਕਰ ਰਿਹਾ, ਐਸੇ ਫਲ ਦੀ ਗੱਲ ਕਰ ਰਿਹਾ ਹੈ ਕਿ ਜਿਹੜਾ ਕਿ ਉਹਨਾਂ ਦਾ ਈਮਾਨ ਦੇ ਨਾਲ ਰਿਲੇਟਡ ਹੈ। ਯਾਨੀ ਕਿ ਕਹਿਣ ਦਾ ਮਤਲਬ ਉਹ ਇਹ ਕਹਿ ਰਿਹਾ ਹੈ ਕਿ ਆਈ ਐਮ ਇਨ ਡੈਟ both Greeks and barbarians, both wise and unwise, for what? For the knowledge ਔਰ ਈਮਾਨ ਜਿਹੜਾ ਕਿ ਉਹਨਾਂ ਨੇ ਆਪਣਾ ਈਮਾਨ ਜਿਹੜਾ ਹੈ ਉਹ ਜੀਸਸ ਤੇ ਲਾ ਦਿੱਤਾ। ਜਿਹੜੇ ਵਾਈਜ਼ ਸੀਗੇ ਉਹਨਾਂ ਨੇ ਵੀ, ਜਿਹੜੇ ਅਨਵਾਈਜ਼ ਸੀ ਉਹਨਾਂ ਨੇ ਵੀ, ਜਿਹੜੇ ਸਮਝਦਾਰ ਸੀ ਉਹ ਵੀ, ਜਿਹੜੇ ਮੂਰਖ ਸੀ ਉਹ ਵੀ, ਜਿਹੜੇ ਗ੍ਰੀਕ ਸੀ ਤੇ ਜਿਹੜੇ ਦੂਸਰੇ ਸੀ ਬਾਰਬੇਰੀਅਨ ਸੀ, ਮਤਲਬ ਕਿ ਜਿੰਨੇ ਵੀ ਲੋਕਾਂ ਦੇ ਨਾਲ ਉਹ ਮਿਲਿਆ, ਉਹਨਾਂ ਨੇ ਸਾਰਿਆਂ ਨੇ ਉਹਦਾ ਈਮਾਨ ਜਿਹੜਾ ਹੈ ਉਹ ਸ਼ੇਅਰ ਕਰ ਲਿਆ, ਉਹਦੇ ਕੋਲ ਲੈ ਲਿਆ ਈਮਾਨ ਉਹਦੇ ਤੇ, ਯਾਨੀ ਕਿ ਜੀਸਸ ਕ੍ਰਾਈਸਟ ਤੇ ਈਮਾਨ ਲੈ ਆਏ ਤੇ ਉਹ ਕਨਵਰਟ ਹੋ ਗਏ। ਤਾਂ ਇਸ ਕਰਕੇ ਕਹਿੰਦਾ ਕਿ ਮੈਂ ਉਹਨਾਂ ਸਾਰਿਆਂ ਦਾ ਕਰਜ਼ਦਾਰ ਹਾਂ ਕਿ ਉਹਨਾਂ ਨੇ ਮੇਰਾ ਈਮਾਨ ਆਪਣੇ ਈਮਾਨ ਦੇ ਨਾਲ ਜੋੜ ਲਿਆ ਤੇ ਅਸੀਂ ਦੋਵਾਂ ਹੁਣ ਇੱਕ ਹੀ ਈਮਾਨ ਰੱਖਦੇ ਹਾਂ, ਉਹ ਹੈਗੇ ਆਪਣੇ ਜੀਸਸ ਕ੍ਰਾਈਸਟ ਤੇ ਰੂਹ ਕੁਦਸ ਤੇ ਈਮਾਨ ਰੱਖਦੇ ਹਾਂ ਤੇ ਖੁਦਾ ਬਾਪ ਤੇ ਉਹਨੇ ਇਹ ਗੱਲ ਉਹਨੇ ਕੀ ਕਰ ਰਿਹਾ ਇੱਥੇ ਕਿ ਮੈਂ ਉਹਨਾਂ ਦੇ ਵੀ ਡੈਟ ਤੇ ਹਾਂ, ਉਹਨਾਂ ਦੇ ਮੈਂ ਕਰਜ਼ਦਾਰ ਹਾਂ, ਉਹਨਾਂ ਦਾ ਕਰਜ਼ਾ ਹੀ ਹਾਂ, ਕਿਉਂਕਿ ਉਹਨਾਂ ਨੇ ਵੀ ਮੇਰੇ ਨਾਲ ਜੀਸਸ ਕ੍ਰਾਈਸਟ ਤੇ ਈਮਾਨ ਰੱਖ ਲਿਆ। ਤੇ ਦੇਖੋ ਕਿੰਨੀ ਵਧੀਆ ਗੱਲ ਹੈ ਕਿ ਕੋਈ ਉਹ ਨਹੀਂ ਹੈ ਵਾਈਜ਼ ਅਨਵਾਈਜ਼, ਜਿੱਦਾਂ ਤੁਸੀਂ ਕਿਹਾ ਕਿ ਈਮਾਨ ਜਿਹੜਾ ਹੈ ਉਹ ਜਦੋਂ ਸ਼ੇਅਰ ਕਰਨੇ ਅਸੀਂ ਸਾਰੇ ਨਾਲ, ਉਹ ਈਮਾਨ ਉਹ ਇਹ ਨਹੀਂ ਕਹਿੰਦਾ ਕਿਸੇ ਦਾ ਵੱਧ ਹੈ ਕਿਸੇ ਦਾ ਘੱਟ, ਕਿ ਜਾਂ ਅਨਪੜ੍ਹ ਨੂੰ ਜ਼ਿਆਦਾ ਮਿਲ ਜਾਣਾ ਤੇ ਪੜ੍ਹੇ ਲਿਖੇ ਨੂੰ ਘੱਟ ਮਿਲ ਜਾਣਾ। ਈਮਾਨ ਜਿਹੜਾ ਹੈ ਉਹ ਮਿਲਦਾ ਸਾਰਿਆਂ ਨੂੰ ਬਰਾਬਰ ਹੈ, ਉਹਦਾ ਇਸਤੇਮਾਲ ਕਿੱਦਾਂ ਕਰਨਾ ਹੈ ਉਹ ਅਲੱਗ-ਅਲੱਗ ਬੰਦੇ ਦੀ ਆਪਣੀ ਆਪਣੀ ਚੋਇਸ ਹੈ। ਹਾਂਜੀ ਬ੍ਰਦਰ ਜੀ, ਇਹ ਕਰਜ਼ਦਾਰ ਹੋਣ ਦੀ, ਕਰਜ਼ਾਈ ਦੀ ਗੱਲ ਕਰਨ ਦੇ ਆ, ਜਦੋਂ ਕਹਿੰਦਾ ਕਿ ਮੈਂ ਕਰਜ਼ਦਾਰ, ਤੇ ਉਹ ਕਰਜ਼ਾ ਲਾਂਦਾ ਕਿਸ ਤਰ੍ਹਾਂ, ਮੈਂ ਕਿਸ ਤਰ੍ਹਾਂ ਅਸੀਂ ਆਪਣੇ ਤੋਂ ਇਹ ਕਰਜ਼ਾ ਲਾ ਸਕਦੇ ਹਾਂ? ਬੜੇ ਹੀ ਸਧਾਰਨ ਤਰੀਕੇ ਦੇ ਨਾਲ ਅਸੀਂ ਇਸ ਤਰ੍ਹਾਂ ਇਸ ਨੂੰ ਕਹਿ ਸਕਦੇ ਹਾਂ ਕਿ ਜਿੱਦਾਂ ਇੱਕ ਕਿਸਾਨ ਹੈ ਤੇ ਉਹ ਕਿਸਾਨ ਦੇ ਕੋਲ ਬੀਜ ਹੈ ਤੇ ਉਹ ਬੀਜ ਜਿਹੜਾ ਹੈ ਧਰਤੀ ਦੇ ਵਿੱਚ ਬੀਜਦਾ ਹੈ, ਵਾਹੁੰਦਾ ਹੈ, ਉਹਨੂੰ ਬੀਜਦਾ ਹੈ ਤੇ ਉਹ ਐਕਸਪੈਕਟਡ ਕਰਦਾ ਹੈ ਕਿ ਜਿਹੜਾ ਬੀਜ ਮੈਂ ਬੀਜਿਆ ਹੈ ਇਹਦੇ ਤੋਂ ਫਲ ਜਿਹੜਾ ਹੈ ਉਹ ਮੈਨੂੰ ਮਿਲੇ। ਜਿੱਦਾਂ ਡਾਕਟਰ ਸਾਹਿਬ ਨੇ ਔਰ ਤੁਸੀਂ ਵੀ ਇਹਦੇ ਉੱਤੇ ਕਾਫੀ ਅੱਛੇ ਤਰੀਕੇ ਦੇ ਨਾਲ ਜਿਹੜਾ ਹੈ ਐਕਸਪਲੇਨ ਕੀਤਾ ਹੈ ਅਮਾਨ ਦੇ ਬਾਰੇ। ਤੇ ਇਹ ਪੌਲ ਜਿਹੜਾ ਇਹ ਕਰਜ਼ਦਾਰੀ ਦੀ ਜਿਹੜੀ ਗੱਲ ਕਰਦਾ ਹੈ, ਉਹ ਕਰਦਾ ਹੈ ਪ੍ਰੀਚਿੰਗ ਦਾ ਗੁੱਡ ਨਿਊਜ਼, ਜਿਹੜਾ ਲੋਕਾਂ ਨੂੰ ਉਹ ਅਮਾਨ ਮਿਲਿਆ ਸੁਣਨ ਤੋਂ ਕਿ ਇੱਕੋ ਹੀ ਨਜਾਤ ਦਹਿੰਦਾ ਹੈ, there is only one savior, ਉਹ ਹੈ ਪ੍ਰਭੂ ਯਿਸੂ ਮਸੀਹ, ਜਿਹੜਾ ਆਪਣੀ ਜ਼ਬਾਨ ਦੇ ਨਾਲ, ਆਪਣੇ ਮੂੰਹ ਦੇ ਨਾਲ ਅੰਗੀਕਾਰ ਕਰ ਲਏ, ਕਨਫੈਸ ਕਰ ਲਏ ਕਿ ਪਰਮੇਸ਼ਵਰ ਨੇ ਪ੍ਰਭੂ ਯਿਸੂ ਮਸੀਹ ਨੂੰ ਇਸ ਧਰਤੀ ਦੇ ਉੱਤੇ ਭੇਜਿਆ ਹੈ ਮੇਰੇ ਗੁਨਾਹਾਂ ਕਰਕੇ, ਮੈਂ ਗੁਨੇਗਾਰ ਹਾਂ ਤੇ ਮੈਂ ਪਾਪੀ ਹਾਂ, ਕਿ ਪਰਮੇਸ਼ਵਰ ਮੇਰੇ ਪਾਪਾਂ ਨੂੰ ਤੂੰ ਮਾਫ ਕਰ ਦੇ, ਮੈਂ ਤੇਰੇ ਬੇਟੇ ਪ੍ਰਭੂ ਯਿਸੂ ਮਸੀਹ ਦਾ ਧੰਨਵਾਦ ਕਰਦਾ, ਤੇਰਾ ਧੰਨਵਾਦ ਕਰਦਾ ਹਾਂ ਕਿ ਤੂੰ ਇੱਕ ਇੰਨਾ ਵੱਡਾ ਮੇਰੇ ਨਾਲ ਪਿਆਰ ਕੀਤਾ ਕਿ ਤੂੰ ਆਪਣੇ ਬੇਟੇ ਦਾ ਸਰਫਾ ਨਹੀਂ ਕੀਤਾ, ਉਹਨੂੰ ਤੂੰ ਕਲਵਰੀ ਕਰੂਸ ਦੇ ਉੱਤੇ ਦਿੱਤਾ ਔਰ ਉਹਦੇ ਮਾਰ ਖਾਣ ਦੇ ਨਾਲ ਮੈਂ ਚੰਗਾ ਕੀਤਾ ਗਿਆ। ਸਹੀ। ਉਹਦੇ ਕਫਾਰੇ ਦੇ ਦੁਆਰਾ ਮੇਰੇ ਗੁਨਾਹ ਜਿਹੜੇ ਨੇ ਉਹ ਮਾਫ ਕੀਤੇ ਗਏ ਨੇ ਤੇ ਮੈਂ ਹੁਣ
ਤੇਰਾ ਬੱਚਾ ਹੋ ਗਿਆ ਹਾਂ। ਹੂੰ, ਇਹ ਜਿਹੜੀ ਗੁੱਡ ਨਿਊਜ਼ ਹੈਗੀ ਆ, ਇਹ ਅਸੀਂ ਦੂਜਿਆਂ ਤੱਕ ਲੈ ਕੇ ਜਾਣੀ ਹੈ। ਪੌਲ ਇਹਦੀ ਜਿਹੜੀ ਹੈ ਉਹ ਕਹਿੰਦਾ ਕਿ ਮੈਂ ਇਹਦਾ ਕਰਜ਼ਦਾਰ ਹਾਂ। ਸਹੀ, ਅਸੀਂ ਵੀ ਕਰਜ਼ਦਾਰ ਹਾਂ, ਮੈਂ ਵੀ, ਤੁਸੀਂ ਵੀ, ਡਾਕਟਰ ਸਾਹਿਬ ਵੀ। ਜਦੋਂ ਅਸੀਂ ਇਸ ਚੀਜ਼ ਨੂੰ ਹਾਸਲ ਕਰ ਲਿਆ ਹੈ, when we receive a Jesus Christ in our life, ਹੂੰ, ਤੇ ਇਹ ਸਾਡਾ ਇੱਕ ਬੜਾ ਜ਼ਰੂਰੀ ਇੱਕ ਆਸਪੈਕਟ ਸਾਡੀ ਜ਼ਿੰਦਗੀ ਦਾ ਬਣ ਜਾਂਦਾ ਹੈ ਕਿ ਜੇ ਮੈਂ ਬਚ ਗਿਆ ਤੇ ਮੈਨੂੰ ਕਿੱਥੋਂ ਬਚਾ ਮਿਲਿਆ ਹੈ ਕਿ ਮੈਂ ਨਰਕ ਦੀ ਅੱਗ ਦੇ ਵਿੱਚੋਂ ਬਚ ਜਾਵਾਂ, ਮੈਂ ਦੂਜਿਆਂ ਨੂੰ ਵੀ ਦੱਸਾਂ ਤਾਂ ਜੋ ਕਿ ਉਹ ਵੀ ਬਚ ਜਾਣ। ਅਦਰਵਾਈਜ਼ ਸਾਨੂੰ ਉਸ ਸੋਲ ਦੇ ਵਾਸਤੇ, ਉਸ ਰੂਹ ਦੇ ਵਾਸਤੇ ਸਾਨੂੰ ਜਿਹੜਾ ਹੈ ਜਵਾਬ ਜਿਹੜਾ ਹੈ ਉਹ ਦੇਣਾ ਪਏਗਾ ਜੀ। ਤੇ ਇਸ ਕਰਜ਼ ਦੀ ਜਿਹੜੀ ਹੈ ਪੌਲ ਜਿਹੜੀ ਆ ਉਹ ਗੱਲ ਕਰਦਾ ਹੈ। ਸਹੀ, ਥੈਂਕ ਯੂ ਜੀ, ਬਹੁਤ ਸ਼ੁਕਰੀਆ। ਡਾਕਟਰ ਸਾਹਿਬ ਮੈਂ ਤੁਹਾਡੇ ਵੱਲ ਆਵਾਂਗਾ। ਬ੍ਰਦਰ ਜੀ ਨੇ ਕਿਹਾ ਕਿ ਪਹਿਲੀ ਗੱਲ ਕਿ ਮੰਨਣਾ ਚਾਹੀਦਾ ਕਿ ਮੈਂ ਗੁਨਾਹਗਾਰ ਹਾਂ, ਠੀਕ ਹੈ ਜੀ ਤੁਸੀਂ ਡਾਕਟਰ ਹੋ ਤੇ ਇੱਕ ਮਰੀਜ਼ ਅਗਰ ਉਹ ਬਿਮਾਰ ਹੋਏ, ਤੁਸੀਂ ਕਹੋ ਬਿਮਾਰ ਹੋ ਤਾਂ ਕਹਿੰਦਾ ਮੈਂ ਬਿਮਾਰ ਹੀ ਨਹੀਂ ਹਾਂ, ਤਾਂ ਉਹਨੂੰ ਠੀਕ ਕੀਤਾ ਜਾ ਸਕਦਾ? ਨਹੀਂ, ਇਸ ਤਰ੍ਹਾਂ ਹੀ ਗੁਨਾਹਗਾਰ ਅਗਰ ਆਪਣੇ ਆਪ ਨੂੰ ਗੁਨਾਹਗਾਰ ਨਹੀਂ ਕਹਿੰਦਾ ਜਾਂ ਮੰਨਦਾ ਹੀ ਨਹੀਂ ਮੈਂ ਗੁਨਾਹਗਾਰ ਹਾਂ, ਗੁਨਾਹਗਾਰ, ਹਾਂਜੀ ਫਿਰ ਕਿਸ ਤਰ੍ਹਾਂ ਪੋਸੀਬਲ ਵੀ ਉਹਨੂੰ ਇਸ ਪਾਸੇ ਲਿਆਂਦਾ ਜਾਏ? ਜੀ ਹਾਂਜੀ, ਨਹੀਂ ਉਹ ਇਹ ਜਿਹੜੇ ਹੁਣ ਬ੍ਰਦਰ ਜੀ ਨੇ ਜਿਹੜੀ ਗੱਲ ਕੀਤੀ ਉਹ ਬਿਲਕੁਲ ਸਿੰਪਲ ਮਤਲਬ 'ਚ ਇਹ ਹੈ ਕਿ ਅਸੀਂ ਤੁਸੀਂ ਜੋ ਸਵਾਲ ਕੀਤਾ ਸੀ ਕਿ ਆਪਣਾ ਕਰਜ਼ ਕਿੱਦਾਂ ਅਸੀਂ ਲਾਣਾ ਹੈ, ਅਸੀਂ ਆਪਣਾ ਕਰਜ਼ ਇਹ ਗੁੱਡ ਨਿਊਜ਼ ਨੂੰ ਅੱਗੇ ਸ਼ੇਅਰ ਕਰਕੇ ਹੀ ਲਾਣਾ ਹੈ। ਬਿਲਕੁਲ ਰਾਈਟ, ਜਿੱਦਾਂ ਅਸੀਂ ਆਪਣਾ ਕਰਜ਼ ਜਿਹੜਾ ਹੈ ਉਹ ਸਾਡਾ ਕਰਜ਼ ਤੇ ਸਾਡੇ ਉੱਤੇ ਜਿਹੜਾ ਕਰਜ਼ ਆ ਗਿਆ ਹੈ ਉਹਨੂੰ ਅਸੀਂ ਇਹੀ ਗੁੱਡ ਨਿਊਜ਼ ਨੂੰ ਜਿੰਨੀ ਸ਼ੇਅਰ ਕਰਾਂਗੇ ਤੇ ਜੋ ਬ੍ਰਦਰ ਜੀ ਨੇ ਕਿਹਾ ਕਿ ਜਿਹੜੀ ਸੋਲ ਸਾਡੇ ਨਾਲ ਜੁੜੀ ਹੈ, ਜੇ ਅਸੀਂ ਉਹਨੂੰ ਗੁੱਡ ਨਿਊਜ਼ ਨਹੀਂ ਦਿੰਦੇ ਤੇ ਅਸੀਂ ਕਿਤੇ ਨਾ ਕਿਤੇ ਫਿਰ ਜਾ ਕੇ ਸਾਨੂੰ ਉਹਦਾ ਜਵਾਬ ਉੱਪਰ ਵਾਲੇ ਨੂੰ ਦੇਣਾ ਪਏਗਾ ਕਿ ਬਈ ਮੈਂ ਸ਼ੇਅਰ ਕਿਉਂ ਨਹੀਂ ਕੀਤਾ, ਮੈਂ ਗੋਸਪਲ ਸ਼ੇਅਰ ਕਿਉਂ ਨਹੀਂ ਕੀਤਾ। ਜਦ ਕਿ ਪੌਲ ਦਾ ਇਹੀ ਹੈ ਨਾ, ਜਦੋਂ ਹੀ ਪੌਲ ਨੂੰ ਮਿਲਿਆ ਮੈਸੇਜ ਮਿਲਿਆ, ਜਦੋਂ ਪੌਲ ਨੂੰ ਜੀਸਸ ਨੇ ਜਦੋਂ ਉਹਨੂੰ ਕਨਫਰੰਟ ਕਰ ਲਿਆ, ਉਸ ਤੋਂ ਬਾਅਦ ਜਦੋਂ ਪੌਲ ਜਾ ਕੇ ਪੀਟਰ ਤੇ ਬਾਕੀਆਂ ਦੇ ਨਾਲ ਮਿਲਿਆ, ਠੀਕ ਹੈ ਕਾਫੀ ਲੇਟ ਮਿਲਿਆ, ਪਰ ਜਦੋਂ ਮਿਲਿਆ ਕਿਉਂਕਿ ਉਹਨਾਂ ਨੇ ਕਿਹਾ ਵੀ ਤੂੰ ਮਿਲ, ਤੇ ਮਿਲਿਆ ਉਹਨਾਂ ਨੂੰ, ਉਹ ਆਏ ਉਹਨੂੰ ਮਿਲੇ ਤੇ ਉਹ ਉਦੋਂ ਉਹਨਾਂ ਨੂੰ ਕਹਿੰਦਾ ਕਿ ਚਲੀਏ, ਹੁਣ ਕੀ ਵੇਖਦੇ ਹੋ, ਸਹੀ ਹੁਣ ਇੰਤਜ਼ਾਰ ਕਿਹਦੀ ਹੈ, ਚਲੀਏ। ਉਹ ਕਹਿੰਦੇ ਨਹੀਂ ਅਸੀਂ ਉੱਥੇ ਆ ਹੋ ਜਾਊਗਾ, ਉਹ ਹੋ ਜਾਊ। ਕਹਿੰਦਾ ਰੱਬ ਸਾਡੇ ਨਾਲ ਹੈ, ਜਿੰਦਾ ਜਾਗਦਾ ਰੱਬ ਸਾਡੇ ਨਾਲ ਹੈ, ਹੁਣ ਡਰਨਾ ਕਿਸ ਗੱਲ ਦਾ, ਚਲੀਏ। ਤੇ ਉਹ ਚੱਲ ਪਿਆ, ਉਹਨੂੰ ਮਾਰ ਸੁੱਟ ਕੇ ਉਹਨਾਂ ਨੇ ਸੁੱਟ ਦਿੱਤਾ, ਉਹ ਫਿਰ ਜਿੰਦਾ ਹੋ ਗਿਆ। ਉਹਨਾਂ ਸੋਚਿਆ ਮਰ ਗਿਆ, ਪਰ ਉਹ ਮਰਿਆ ਹੀ ਨਹੀਂ, ਰਾਈਟ, ਤੇ ਮਤਲਬ ਜਿੰਦਾ ਨਹੀਂ ਹੋ ਗਿਆ, ਮਤਲਬ ਮਰਿਆ ਹੀ ਨਹੀਂ, ਉਹਨੂੰ ਸੁੱਟ ਦਿੱਤਾ ਉਹਨਾਂ ਨੇ, ਕੁੱਟ ਗਿਆ। ਲੇਕਿਨ ਕਿ ਉਹ ਗੱਲ ਇਸੇ ਕਰਕੇ ਉਹ ਇੰਨੀ ਪੈਸ਼ਨੇਟਲੀ ਇਹ ਗੱਲ ਕਰਦਾ ਹੈ ਕਿ ਗੋਸਪਲ ਜਿਹੜਾ ਹੈ ਉਹ ਮੈਂ ਸ਼ੇਅਰ ਕਰਨਾ, ਬਸ ਇਹੀ ਮੇਰਾ ਇਹ ਫਲ ਹੈ ਲੋਕਾਂ ਦੇ ਨਾਲ, ਔਰ ਇਹੀ ਮੇਰਾ ਕਰਜ਼ ਹੈ, ਔਰ ਇਹੀ ਕਰਜ਼ ਜਿਹੜਾ ਸਾਨੂੰ ਦਿੱਤਾ ਗਿਆ, ਸਾਡੇ ਤੋਂ ਵੀ ਇਹੀ ਬੋਝ ਹੈ ਕਿ ਅਸੀਂ ਉਸ ਬੋਝ ਨੂੰ ਕਿੱਦਾਂ ਲਾਣਾ, ਕਿ ਅਸੀਂ ਜਿੰਨਾ ਉਹਨੂੰ ਸ਼ੇਅਰ ਕਰਾਂਗੇ ਉਹਨਾਂ। ਹਾਂਜੀ, ਮੈਂ ਇੱਕ ਕਿਤਾਬ ਪੜ੍ਹੀ ਹੈ, ਉਹਦਾ ਨਾਮ ਹੈ ਮਸੀਹ ਕਾ ਏਲਚੀ, ਇਹ ਪੌਲ ਤੇ ਲਿਖੀ ਗਈ ਹੈ ਜੀ। ਔਰ ਰਾਈਟਰ ਜਿਹੜਾ ਉਹ ਬੜੀ ਖੂਬਸੂਰਤੀ ਨਾਲ ਕਹਿੰਦਾ ਕਿ ਪੌਲ ਜਿਹੜਾ ਸੀ ਨਾ, ਉਹਦੀ ਨਜ਼ਰ ਜਿਹੜੀ ਸੀ ਉਹ ਇੱਕ ਜਨਰਲ ਵਾਲੀ ਸੀ, ਜਰਨੈਲ ਨਹੀਂ ਹੁੰਦਾ ਫੌਜ ਦਾ ਜੀ, ਉਹ ਨਕਸ਼ਾ ਸਾਹਮਣੇ ਰੱਖ ਕੇ ਉਹ ਆਂਦਾ ਸੀ ਇਹ ਮੈਂ ਜਗ੍ਹਾ ਫਤਿਹ ਕਰ ਲਈ ਹੈ, ਹੁਣ ਇਹ ਜਗ੍ਹਾ ਰਹਿ ਗਈ ਜੀ, ਹੁਣ ਇੱਥੇ ਜਾਵਾਂਗਾ, ਫਤਿਹ ਕਰਾਂਗਾ। ਹਾਂ, ਔਰ ਅਸੀਂ ਵੇਖਦੇ ਹਾਂ ਕਿ ਕਿਸ ਤਰ੍ਹਾਂ ਉਹਨੇ ਆਪਣੇ ਮਿਸ਼ਨਰੀ ਸਫ਼ਰਾਂ 'ਚ ਇਮਾਲ ਦੀ ਕਿਤਾਬ ਨੂੰ ਪੜ੍ਹ ਕੇ ਵੇਖੀਏ ਤੇ ਕਿਸ ਤਰ੍ਹਾਂ ਉਹਨੇ ਜਗ੍ਹਾ ਨੂੰ ਫਤਿਹ ਕੀਤਾ, ਯਾਨੀ ਉਹਦੀ ਜਿਹੜੀ ਨਜ਼ਰ ਸੀ ਨਾ ਉਹ ਇੱਕ ਜਰਨੈਲ ਵਾਲੀ ਨਜ਼ਰ ਸੀ। ਜੀ ਜੀ, ਉਹ ਪਹਿਲੋਂ ਇੱਥੇ ਗਿਆ, ਫਿਰ ਇੱਥੇ ਗਿਆ। ਹਾਲੀ ਉਹ ਉਸ ਜ਼ਮਾਨੇ 'ਚ ਅੱਜ ਤੋਂ 2000 ਸਾਲ ਪਹਿਲੋਂ ਨਾ ਤੇ ਕਿਹਨੂੰ ਕਹਿੰਦੇ ਨੇ ਸ਼ਿਪ ਇੰਨੇ ਅੱਛੇ ਸਨ, ਨਾ ਇੰਨੀ ਟ੍ਰੈਫਿਕ ਸੀ, ਨਾ ਜਹਾਜ਼ ਸਨ ਕਿ ਬੰਦਾ ਉੱਡ ਕੇ ਚਲਾ ਜਾਏ, ਲੇਕਿਨ ਫਿਰ ਵੀ ਉਹਨੇ ਖੁਦਾ ਦੀ ਖਿਦਮਤ ਜਿਹੜੀ ਹੈ ਉਹ ਆਪਣਾ ਕਰਜ਼ ਲਾਉਣ ਦੀ ਕੋਸ਼ਿਸ਼ ਕਰਦਾ ਰਿਹਾ ਕਿ ਇਹ ਮੈਂ ਕਰਜ਼ ਜਿਹੜਾ ਕਿਸ ਤਰ੍ਹਾਂ ਲਾ ਸਕਾਂ। ਬਿਲਕੁਲ, ਅੱਜ ਵੀ ਅਸੀਂ ਵੀ ਕਰਜ਼ਦਾਰ ਹਾਂ ਤੇ ਬ੍ਰਦਰ ਜੀ ਕੋਲ ਪਹਿਲਾਂ ਪੁੱਛਿਆ ਕਿ ਕਿਸ ਤਰ੍ਹਾਂ ਇਹ ਕਰਜ਼ਾ ਅਸੀਂ ਲਾ ਸਕਦੇ ਹਾਂ ਆਪਣਾ, ਔਰ ਉਹ ਇਸ ਤਰ੍ਹਾਂ ਹੀ ਹੈ ਕਿ ਅਸੀਂ ਉਹਦੇ ਨਾਂ ਦਾ ਪ੍ਰਚਾਰ, ਉਹਦੇ ਨਾਂ ਦੀ ਉਹਦੇ ਕੰਮਾਂ ਨੂੰ ਦੂਜਿਆਂ ਤੱਕ ਪਹੁੰਚਾ ਸਕੀਏ ਕਿ ਉਹਨੇ ਸਾਡੇ ਲਈ ਕੀ ਕੀਤਾ। ਤੇ ਅੱਜ ਸਾਡੇ ਇਸ ਪ੍ਰੋਗਰਾਮ ਦੇ ਵਸਾਤਤ ਨਾਲ ਤੁਹਾਡੇ ਨਾਲ ਵੀ ਮੁਖਾਤਬ ਆ ਔਰ ਕਹਿੰਦੇ ਆ ਕਿ ਅਗਰ ਯਾਨੀ ਤੁਸੀਂ ਵੀ ਖੁਦਾ ਦੀ ਨਿਜਾਤ ਨੂੰ ਹਾਸਲ ਕਰਨਾ ਚਾਹੁੰਦੇ ਹੋ, ਉਹਨੂੰ ਪਾਉਣਾ ਚਾਹੁੰਦੇ ਹੋ, ਤੇ ਆਪਣੇ ਆਪ ਨੂੰ ਉਹਦੇ ਕਦਮਾਂ 'ਚ ਲਿਆ ਕੇ ਅਸੀਂ
ਇਕਰਾਰ ਕਰੀਏ ਕਿ ਅਸੀਂ ਗੁਨਾਹਗਾਰ ਹਾਂ, ਫਿਰ ਹੀ ਅਸੀਂ ਸਾਡਾ ਕੋਈ ਇਲਾਜ ਹੋ ਸਕਦਾ, ਔਰ ਉਹ ਇਲਾਜ ਜਿਹੜਾ ਉਹ ਸਿਰਫ ਔਰ ਸਿਰਫ ਖੁਦਾਵੰਦ ਯਿਸੂ ਮਸੀਹ ਕੋਲ ਹੈ ਜੀ। ਹਾਂਜੀ ਬ੍ਰਦਰ ਜੀ, ਅਕਸਰ ਲੋਕ ਸਮਝਦੇ ਨੇ ਕਿ ਜਿਹੜੀ ਮੁਨਾਦੀ ਹੈ ਜਾਂ ਜਿਹੜਾ ਕਿਹਨੂੰ ਕਹਿੰਦੇ ਨੇ ਦੂਜਿਆਂ ਕੋ ਪੈਗਾਮ ਲੈ ਕੇ ਜਾਣਾ, ਇਹ ਸਿਰਫ ਪਾਦਰੀਆਂ ਦਾ ਜਾਂ ਸਾਡੇ ਲੋਕਾਂ ਦਾ ਇੱਕ ਕੰਮ ਨਹੀਂ ਹੈ, ਇਹ ਇਹਨਾਂ ਦਾ ਹੀ ਕੰਮ ਹੈ। ਤੇ ਕਿਸ ਤਰ੍ਹਾਂ ਇੱਕ ਆਮ ਬੰਦਾ ਜਿਹੜਾ ਉਹ ਵੀ ਇਹ ਕੰਮ ਕਰ ਸਕਦਾ ਹੈ? ਜੀ ਬ੍ਰਦਰ ਜੀ। ਪਰਮੇਸ਼ਰ ਦਾ ਵਚਨ ਤੇ ਇਹ ਹੀ ਸਾਨੂੰ ਦੱਸਦਾ ਹੈ ਕਿ ਜਿਨੇ ਵੀ ਪ੍ਰਭੂ ਯਿਸੂ ਮਸੀਹ ਨੂੰ ਗ੍ਰਹਿਣ ਕਰ ਲਿਆ, ਉਹਨੂੰ ਆਪਣਾ ਨਜਾਤ ਦੇਹਿੰਦਾ ਕਬੂਲ ਕਰ ਲਿਆ ਹੈ, ਜਿਨੇ ਉਸ ਨਜਾਤ ਨੂੰ, ਉਸ ਸਾਲਵੇਸ਼ਨ ਨੂੰ ਰਿਸੀਵ ਕੀਤਾ ਹੈ, ਉਹ ਆਪਣੇ ਅਮਾਨ ਨੂੰ ਜਿਹੜਾ ਹੈ ਕਿਸੇ ਦੇ ਨਾਲ ਵੀ, ਜਿੱਥੇ ਉਹ ਕੰਮ ਕਰ ਰਿਹਾ ਹੈ, ਬਿਲਕੁਲ, ਜਿੱਥੇ ਉਹ ਆਪਣੇ ਗਵਾਂਢ ਦੇ ਵਿੱਚ ਹੈ, ਜਾਂ ਜਿੱਥੇ ਕਿਤੇ ਵੀ ਉਹ ਵਿਚਰਦਾ ਹੈ, ਉੱਥੇ ਉਹ ਉਸ ਆਪਣੇ ਅਮਾਨ ਦੇ ਬਾਰੇ ਦੱਸ ਸਕਦਾ ਹੈ। ਸਹੀ। ਮੈਨੂੰ ਨਾ ਤੁਹਾਡੀ ਇੱਕ ਗੱਲ ਬੜੀ ਅੱਛੀ ਲੱਗਦੀ ਹੈ ਕਿ ਗਵਾਹੀ ਜਿਹੜੀ ਹੈ ਕੋਈ ਉਹ ਲੰਮੀ ਚੌੜੀ ਨਹੀਂ। ਤੁਸੀਂ ਬੜੀ ਵਾਰੀ ਇਹ ਦੱਸਿਆ ਕਿ ਉਹ ਅੰਧਾ ਜਿਹਦੀਆਂ ਪ੍ਰਭੂ ਯਿਸੂ ਮਸੀਹ ਨੇ ਅੱਖਾਂ ਨੂੰ ਚੰਗਿਆ ਕੀਤਾ, ਉਹ ਕਹਿੰਦਾ ਤੇਰੀ ਗਵਾਹੀ ਕੀ ਹੈ? ਵੀ ਉਹ ਕਹਿੰਦਾ ਮੇਰੀ ਗਵਾਹੀ ਇਹ ਹੈ ਕਿ ਪਹਿਲਾਂ ਮੈਂ ਅੰਨਾ ਸੀ, ਹੁਣ ਮੈਂ ਦੇਖਦਾ। ਬਿਲਕੁਲ ਬਿਲਕੁਲ, ਇਹ ਹੈ ਸ਼ੇਅਰਿੰਗ। ਜੋ ਪਰਮੇਸ਼ਵਰ ਨੇ, ਉਸ ਖੁਦਾ ਨੇ, ਉਹਦੇ ਬੇਟੇ ਪ੍ਰਭੂ ਯਿਸੂ ਮਸੀਹ ਨੇ, ਪਾਕ ਰੂਹ ਨੇ ਤੁਹਾਡੇ ਜੀਵਨ ਦੇ ਵਿੱਚ ਕੰਮ ਕੀਤੇ ਨੇ, ਜਦੋਂ ਉਹ ਕੰਮਾਂ ਦਾ ਵਰਣਨ ਜਿਹੜਾ ਹੈ ਤੁਸੀਂ ਟੈਸਟੀਫਾਈ ਕਰਦੇ ਹੋ ਦੂਜਿਆਂ ਨਾਲ, ਚਾਹੇ ਉਹ ਦੁਆ ਦੇ ਦੁਆਰਾ ਹੈ, ਚਾਹੇ ਉਹ ਗੱਲਬਾਤ ਦੇ ਦੁਆਰਾ ਹੈ, ਚਾਹੇ ਉਹ ਤੁਹਾਡੇ ਜੀਵਨ ਦੇ ਵਿਵਹਾਰ ਦੇ ਦੁਆਰਾ ਹੈ, ਜਿਹੜੇ ਤੁਸੀਂ ਇੱਕ ਦੂਸਰੇ ਨਾਲ ਮਿਲਦੇ ਹੋ, ਉਹਦਾ ਇੰਪੈਕਟ ਜਿਹੜਾ ਹੈ ਉਹ ਦੂਜਿਆਂ ਦੇ ਉੱਤੇ ਪੈਂਦਾ ਹੈ। ਸਹੀ। ਤੇ ਉਹਦੇ ਦੁਆਰਾ ਤੁਸੀਂ ਉਹਨੂੰ ਸੁਸਮਾਚਾਰ ਜਿਹੜਾ ਹੈ, ਉਹ ਗੁੱਡ ਨਿਊਜ਼ ਜਿਹੜੀ ਹੈ ਉਹ ਤੁਸੀਂ ਦੇ ਸਕਦੇ ਹੋ। ਬਿਲਕੁਲ, ਇਹ ਬੜਾ ਈਜ਼ੀ ਹੈ ਇਸ ਵੇ ਦੇ ਨਾਲ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਇੱਕ ਬਹੁਤ ਵੱਡੀ ਜਿਹੜੀ ਹੈ ਕਿਸੇ ਦੇ ਵਾਸਤੇ ਦੁਆ ਕਰਨੀ ਕਿ ਤੁਸੀਂ ਦੁਆ ਗੋ ਹੋ, ਜਾਂ ਤੁਸੀਂ ਵਚਨ ਨੂੰ ਜਦੋਂ ਸ਼ੇਅਰ ਕਰਨਾ ਹੈ ਕਿ ਤੁਹਾਨੂੰ ਉਹਦੀ ਬੜੀ ਮਾਸਟਰੀ ਹੋਣੀ ਚਾਹੀਦੀ ਹੈ। ਨਹੀਂ, ਇੱਕ ਸਿੰਪਲ ਚੀਜ਼ ਦੇ ਨਾਲ ਹੀ, ਇੱਕ ਸਿੰਪਲ ਵਰਡਸ ਦੇ ਨਾਲ ਹੀ ਤੁਸੀਂ ਉਹਦੇ ਨਾਲ ਸ਼ੇਅਰ ਕਰ ਸਕਦੇ ਹੋ, ਜਿਹੜਾ ਉਹਦੇ ਜੀਵਨ ਨੂੰ ਜਿਹੜਾ ਹੈ ਉਹ ਪ੍ਰਭਾਵਿਤ ਕਰ ਸਕਦਾ ਹੈ। ਇਸ ਤਰ੍ਹਾਂ ਦੇ ਨਾਲ ਇੱਕ ਆਮ ਆਦਮੀ ਜਿਹੜਾ ਹੈ ਉਹ ਦੂਸਰਿਆਂ ਨੂੰ ਜਿਹੜਾ ਹੈ ਇਹ ਸੁਸਮਾਚਾਰ ਜਿਹੜਾ ਹੈ ਉਹ ਸੁਣਾ ਸਕਦਾ ਕਿ ਮੈਂ ਪਹਿਲੇ ਪਾਪੀ ਸੀ, ਮੈਂ ਪਹਿਲੇ ਗੁਨਾਹਾਂ ਦੇ ਵਿੱਚ ਫਸਿਆ ਹੋਇਆ ਸੀ, ਮੈਂ ਬਿਮਾਰੀਆਂ ਦੇ ਵਿੱਚ ਜਕੜਿਆ ਹੋਇਆ ਸੀ, ਮੈਂ ਪ੍ਰਭੂ ਯਿਸੂ ਮਸੀਹ ਦੇ ਚਰਨਾਂ ਦੇ ਵਿੱਚ ਆਇਆ, ਮੈਂ ਦੁਆ ਕੀਤੀ, ਮੈਂ ਤੋਬਾ ਕੀਤੀ, ਪਰਮੇਸ਼ਰ ਨੇ ਮੈਨੂੰ ਇਹ ਸਾਰੇ ਜੰਜਾਲ ਦੇ ਵਿੱਚੋਂ ਜਿਹੜਾ ਹੈ ਉਹ ਬਾਹਰ ਕੱਢਿਆ। ਤੇ ਉਹ ਪਰਮੇਸ਼ਰ ਜਿਹੜਾ ਅੱਜ ਕੱਲ ਤੇ ਯੁੱਗ ਨੂੰ ਯੁੱਗ ਇੱਕੋ ਜਿਹਾ ਹੈ, ਉਹ ਤੁਹਾਡੇ ਉੱਤੇ ਵੀ ਰਹਿਮ ਕਰਨ ਵਾਲਾ ਪਰਮੇਸ਼ਰ ਹੈ, ਕਿਉਂਕਿ ਉਹਨੇ ਤੁਹਾਨੂੰ ਬਣਾਇਆ ਹੈ, ਉਹਨੇ ਮੈਨੂੰ ਬਣਾਇਆ, ਉਹਨੇ ਤੁਹਾਨੂੰ ਵੀ ਬਣਾਇਆ। ਜਿੱਦਾਂ ਉਹਨੇ ਮੇਰੇ ਜੀਵਨ ਦੇ ਵਿੱਚ ਕੰਮ ਕੀਤਾ, ਮੇਰੇ ਪਰਿਵਾਰ ਦੇ ਜੀਵਨ ਦੇ ਵਿੱਚ ਕੰਮ ਕੀਤਾ, ਉਹ ਤੁਹਾਡੇ ਜੀਵਨ ਦੇ ਵਿੱਚ ਵੀ ਕੰਮ ਕਰ ਸਕਦਾ ਹੈ। ਤੋ ਉਹਨੂੰ ਦੇਖੋ, ਕਿਉਂਕਿ ਪਰਮੇਸ਼ਰ ਦਾ ਵਚਨ ਇਹ ਕਹਿੰਦਾ ਹੈ, ਚੱਖੋ ਤੇ ਵੇਖੋ ਪਰਮੇਸ਼ਵਰ ਭਲਾ ਹੈ। ਉਹ ਭਲਾ ਪਰਮੇਸ਼ਵਰ ਹੈ, ਉਹ ਹਰ ਇੱਕ ਦਾ ਭਲਾ ਚਾਹੁੰਦਾ ਹੈ। ਚੱਕਰ ਉਹ ਹੀ ਹੈ ਕਿ ਜਦੋਂ ਇਹ ਡਾਕਟਰ ਸਾਹਿਬ ਹੈ, ਡਾਕਟਰ ਸਾਹਿਬ ਕੋਲ ਕੋਈ ਮਰੀਜ਼ ਜਾਏਗਾ ਤੇ ਉਹਨੂੰ ਦੱਸੇਗਾ ਭਾਈ ਮੈਨੂੰ ਤੇ ਖਾਂਸੀ ਹੈ ਇੰਨੇ ਦੇਰ ਤੋਂ, ਜਾਂ ਮੈਨੂੰ ਬੁਖਾਰ ਆ ਰਿਹਾ ਇੰਨੇ ਦੇਰ ਤੋਂ, ਤੇ ਫੇਰ ਹੀ ਇਹ ਕੁਝ ਅੱਗੇ ਜਿਹੜਾ ਹੈ ਉਹਦਾ ਇਲਾਜ ਕਰਨਗੇ। ਜੇ ਕੋਈ ਦੱਸਦਾ ਹੀ ਨਹੀਂ ਤੇ ਫਿਰ ਤੇ ਮੁਸ਼ਕਲ ਹੈ। ਬਿਲਕੁਲ, ਜਦੋਂ ਅਸੀਂ ਇਹ ਚੀਜ਼ਾਂ ਦੱਸਾਂਗੇ ਕਿ ਫਲਾਣੇ ਕੋ ਮੈਨੂੰ ਆਰਾਮ ਮਿਲਿਆ, ਤੇ ਉਹ ਜਿਹੜਾ ਹੈ ਉਹਨੂੰ ਫਾਲੋ ਕਰੇਗਾ। ਬਿਲਕੁਲ ਬਿਲਕੁਲ, ਬਹੁਤ ਸ਼ੁਕਰੀਆ ਜੀ, ਬਹੁਤ ਅੱਛੀਆਂ ਗੱਲਾਂ ਹੋ ਰਹੀਆਂ ਨੇ। ਮੈਂ ਪਹਿਲਾਂ ਵੀ ਇੱਕ ਵਾਰੀ ਇੱਕ ਗੱਲ ਦੱਸੀ ਸੀ ਕਿ ਯਾਨੀ ਅਸੀਂ ਆਪਣੇ ਕਿਰਦਾਰ ਤੋਂ, ਠੀਕ, ਆਪਣੀ ਜ਼ਿੰਦਗੀ ਤੋਂ ਵੀ ਇਹ ਪੈਗਾਮ ਜਿਹੜਾ ਦੂਸਰਿਆਂ ਤੱਕ ਲੈ ਕੇ ਜਾ ਸਕਦੇ ਹਾਂ ਜੀ। ਮੇਰੇ ਕੋਲ ਇੱਕ ਦਫਾ 2 ਲੇਡੀਜ਼ ਆਈਆਂ, ਕ੍ਰਿਸਚਨ ਨਹੀਂ ਸਨ, ਉਹ ਮੇਰੇ ਕੋਲ ਸਵਾਲ ਪੁੱਛਣ ਲੱਗਿਆ। ਮੈਨੂੰ ਪਤਾ ਲੱਗ ਗਿਆ ਕਿ ਇਹ ਆਮ ਸਵਾਲ ਨਹੀਂ ਪੁੱਛ ਰਹੇ, ਇਹ ਬਾਈਬਲ ਦੇ ਵਿੱਚੋਂ ਸਵਾਲ ਪੁੱਛ ਰਹੇ ਨੇ। ਮੈਂ ਹਿੰਮਤ ਕਰਕੇ ਉਹਨੂੰ ਪੁੱਛਿਆ, ਮੈਂ ਕਿਹਾ ਬੇਟਾ ਤੂੰ ਯਾਨੀ ਲੱਗਦਾ ਕਿ ਤੂੰ ਬਾਈਬਲ ਪੜ੍ਹਨੀ ਹੈ? ਉਹਨੇ ਕਿਹਾ ਹਾਂਜੀ ਮੈਂ ਪੜ੍ਹਨੀ ਹੈ। ਮੈਂ ਤੂੰ ਲਈ ਕਿੱਥੋਂ, ਜਾਂ ਤੈਨੂੰ ਕਿਸ ਤਰ੍ਹਾਂ ਸ਼ੌਕ ਹੋਇਆ? ਕਹਿਣ ਲੱਗੀ ਸਾਡੇ ਘਰ ਕੰਮ ਕਰਨ ਵਾਲੀ ਇੱਕ ਜੀ, ਉਹਦੇ ਕਿਰਦਾਰ ਤੋਂ, ਉਹਦੇ ਕੰਮਾਂ ਤੋਂ ਮੈਂ ਇੰਨੀ ਕੰਪਰੈਸ ਹੋਈ ਕਿ ਮੇਰੇ ਦਿਲ 'ਚ ਆਇਆ ਕਿ ਮੈਂ ਉਹ
ਜਿਹੜੇ ਮਜ਼ਹਬ ਨਾਲ ਇਹਦਾ ਤਲਕ ਹੈ ਮੈਂ ਉਹਦਾ ਮੁਤਾਲਿਆ ਕਰਾਂ। ਤੇ ਮੈਂ ਉਹਨੂੰ ਕਿਹਾ, ਉਹਨੇ ਫਿਰ ਮੈਨੂੰ ਗਿਡੀਅਨ ਦੀ ਛੋਟੀ ਨਿਊ ਟੈਸਟਾਮੈਂਟ ਵਿਖਾਈ ਜੀ। ਸੋ ਜ਼ਰੂਰੀ ਨਹੀਂ ਕਿ ਅਸੀਂ ਬੜੀ ਵੱਡੀ ਡਿਗਰੀ ਲੈ ਕੇ ਜਾਂ ਬੜੇ ਵੱਡਾ ਕਿਹਨੂੰ ਕਹਿੰਦੇ ਨੇ ਟ੍ਰੇਨਿੰਗ ਕਰਕੇ ਅਸੀਂ ਦੂਜਿਆਂ ਤੱਕ ਇਹ ਪੈਗਾਮ ਲੈ ਕੇ ਜਾ ਸਕਦੇ ਹਾਂ, ਬਲਕਿ ਆਪਣੀ ਜ਼ਿੰਦਗੀ ਤੋਂ, ਆਪਣੇ ਕਿਰਦਾਰ ਤੋਂ, ਆਪਣੇ ਬੋਲਚਾਲ ਤੋਂ, ਆਪਣੇ ਕੰਮਾਂ ਤੋਂ ਅਸੀਂ ਇਹ ਪੈਗਾਮ ਜਿਹੜਾ ਦੂਸਰਿਆਂ ਤੱਕ ਲੈ ਕੇ ਜਾ ਸਕਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡੀ ਕੋਈ ਇਹਦੇ ਬਾਰੇ ਕੋਈ ਹੋਰ ਗੱਲ ਹੋਏ ਤੇ? ਮੈਂ ਜੀ ਜੋ ਤੁਸੀਂ ਸਾਰਿਆਂ ਨੇ ਕਿਹਾ ਉਹਨੂੰ ਦੋ ਗੱਲਾਂ 'ਚ ਕਰ ਦੇਣਾ ਕਨਵਰਟ। ਇੱਕ ਅੰਗਰੇਜ਼ੀ ਦੇ ਦੋ ਲਫ਼ਜ਼ ਇਸਤੇਮਾਲ ਕਰਾਂਗਾ, ਕੰਡਕਟ ਐਂਡ ਕਨਵਰਸੇਸ਼ਨ। ਸਹੀ, ਠੀਕ ਹੈ। ਤੁਹਾਡਾ ਕੰਡਕਟ ਤੇ ਤੁਹਾਡੀ ਕਨਵਰਸੇਸ਼ਨ ਜਿਹੜੀ ਹੈ ਉਹ ਤੁਹਾਡਾ ਕਿਰਦਾਰ ਸੈੱਟ ਕਰ ਦਿੰਦੀ ਹੈ। ਤੁਸੀਂ ਕੀ ਗੱਲਬਾਤ ਕਰ ਰਹੇ ਹੋ, ਤੁਸੀਂ ਕਿੱਦਾਂ ਦੀ ਗੱਲਬਾਤ ਕਰ ਰਹੇ ਹੋ, ਠੀਕ ਹੈ। ਔਰ ਦੂਸਰਾ, ਤੁਹਾਡਾ ਬਿਹੇਵੀਅਰ ਕਿੱਦਾਂ ਦਾ ਹੈ, ਤੁਸੀਂ ਇੱਕ ਦੂਜੇ ਦੇ ਨਾਲ ਕਿੱਦਾਂ ਬਿਹੇਵ ਆਉਂਦੇ ਹੋ, ਤੁਸੀਂ ਆਪਣੇ ਜਿਹੜੇ ਕੋਈ ਕੰਮ ਕਰਦਾ ਤੁਹਾਡੇ ਨਾਲ ਉਹਦੇ ਨਾਲ ਕਿੱਦਾਂ ਬਿਹੇਵ ਕਰਦੇ ਹੋ, ਜਿਹੜਾ ਤੁਹਾਡੇ ਉੱਪਰ ਕੰਮ ਕਰਦਾ ਹੈ ਉਹਦੇ ਨਾਲ ਕਿੱਦਾਂ ਬਿਹੇਵ ਕਰਦੇ ਹੋ। ਤੋ ਉਹ ਜਿਹੜੀ ਇਹ ਦੋਵੇਂ ਗੱਲਾਂ ਜਿਹੜੀਆਂ ਨੇ, ਕੰਡਕਟ ਐਂਡ ਕਨਵਰਸੇਸ਼ਨ, ਇਹ ਸੈੱਟ ਕਰ ਦਿੰਦੀਆਂ ਨੇ ਇੱਕ ਕਿਰਦਾਰ ਨੂੰ, ਔਰ ਉਸ ਕਿਰਦਾਰ ਨੂੰ, ਉਸ ਕੈਰੈਕਟਰ ਨੂੰ ਫਿਰ ਜਿਹੜਾ ਹੈ ਉਹ ਜਿਹੜਾ ਦੂਸਰਾ ਬੰਦਾ ਹੈ ਉਹ ਜਦੋਂ ਐਨਾਲਾਈਜ਼ ਕਰਦਾ ਹੈ ਤੇ ਫਿਰ ਉਹੀ ਗੱਲ ਬਿਲਕੁਲ ਸਹੀ ਹੈ। ਐਗਜ਼ਾਮਪਲ ਜਿਹੜੀ ਤੁਸੀਂ ਦਿੱਤੀ ਕਿ ਉਹ ਤੋਂ ਉਸ ਬੰਦੇ ਦੇ ਕੈਰੈਕਟਰ ਨੂੰ ਡਿਸਕ੍ਰਾਈਬ ਕੀਤਾ ਗਿਆ ਬਾਏ ਕੰਡਕਟ ਐਂਡ ਕਨਵਰਸੇਸ਼ਨ ਕਿ ਇਹ ਐਦਾਂ ਦਾ ਕਿਉਂ ਹੈ। ਫਿਰ ਉਹਨੇ ਪੁੱਛਿਆ ਕਿ ਬਈ ਤੂੰ ਕਿਹੜੇ ਮਜ਼ਹਬ ਨੂੰ ਬਿਲੋਂਗ ਕਰਦੀ ਹੈ, ਤੇ ਫਿਰ ਉਹਨੇ ਉਸ ਨੂੰ ਜਾਣਨ ਦੀ ਕੋਸ਼ਿਸ਼ ਕੀਤੀ। ਤੇ ਆਈ ਥਿੰਕ ਸਾਡੀ ਜਿਹੜੀ ਕਰਨੀ ਹੈ, ਰਾਈਟ, ਸਾਡਾ ਜਿਹੜਾ ਵਰਕ ਹੈ ਨਾ, ਉਹ ਸਾਨੂੰ ਜ਼ਿਆਦਾ ਇੰਪੋਰਟੈਂਟ ਇਸ ਦੁਨੀਆ 'ਚ ਹੁੰਦਾ ਹੈ। ਜਦੋਂ ਅਸੀਂ ਬਾਹਰ ਨਿਕਲਦੇ ਹਾਂ, ਨੌਨ ਬਲੀਵਰਸ ਦੇ ਵਿੱਚ ਜਾਂਦੇ ਹਾਂ, ਠੀਕ ਹੈ, ਔਰ ਫਿਰ ਉਸ ਤੋਂ ਬਾਅਦ ਸਾਡੀ ਜਿਹੜੀ ਵਰਡ ਸ਼ੇਅਰਿੰਗ ਹੈ ਉਹ ਫਿਰ ਕੰਮ ਆਉਂਦੀ ਹੈ। ਜਦੋਂ ਉਹ ਇੰਪ੍ਰੈਸ ਹੋ ਜਾਂਦੇ ਨੇ, ਜੇ ਅਸੀਂ ਉਹਨਾਂ ਵਰਗੇ ਹੀ ਰਵਾਂਗੇ ਫਿਰ ਥੋੜ੍ਹਾ ਮੁਸ਼ਕਿਲ ਹੁੰਦਾ ਹੈ। ਤਾਂ ਆਈ ਥਿੰਕ ਚੇਂਜ ਆਫ ਐਟੀਟਿਊਡ ਐਂਡ ਚੇਂਜ ਆਫ ਬਿਹੇਵੀਅਰ ਕਾਫੀ ਦੂਰ ਤੱਕ ਜਾਣਾ ਚਾਹੀਦਾ। ਐਂਡ ਵੀ ਆਲ, I don't know, I struggle all the time because ਇੱਕ ਬੈਲੈਂਸ ਕਰਨਾ ਮੁਸ਼ਕਿਲ। ਅਸੀਂ ਸਾਰੀ ਉਮਰ ਇਹੀ ਕੰਮ ਕਰਦੇ ਰਹਿੰਦੇ ਹਾਂ ਕਿ ਬੈਲੈਂਸ ਕਰਦੇ ਹਾਂ, ਲੇਕਿਨ ਜਾਂ ਤੇ ਅਸੀਂ ਪੌਲ ਵਾਂਗੂ ਹੋ ਜਾਈਏ, ਜਿਹਨੂੰ ਕਹੀਏ ਪੌਲ ਜਾਂ ਪੀਟਰ ਵਾਂਗੂ, ਬਿਲਕੁਲ ਆਪਣੀ ਜ਼ਿੰਦਗੀ ਦਾ ਉਹ ਬਣਾ ਲਈਏ ਏਮ ਕਿ ਅਸੀਂ ਹੋਰ ਕੁਝ ਕਰਨਾ ਹੀ ਨਹੀਂ, ਬਸ ਇਹੀ ਕੰਮ ਕਰਨਾ, ਰਾਈਟ। ਸੋ ਐਂਡ ਆਈ ਥਿੰਕ God has a totally different blessing for those people ਜਿਹੜੇ ਕਿ ਆਪਣੇ ਜਿਹਨੂੰ ਚਾਹੀਏ ਕਿ ਈਮਾਨ ਨੂੰ ਔਰ ਆਪਣੀ ਉਸ ਨੂੰ ਸਿਰਫ ਇੱਕੋ ਪਾਸੇ ਲੈ ਕੇ ਚੱਲਦੇ ਨੇ ਕਿ ਅਸੀਂ ਇਹੀ ਕਰਨਾ ਹੈ, ਇਹੀ ਸਾਡੀ ਸ਼ੇਅਰਿੰਗ ਹੈ, ਅਸੀਂ ਹੋਰ ਕੁਝ ਕੰਮ ਨਹੀਂ ਕਰਨਾ, ਖੁਦਾ ਦਾ ਇਹੀ ਕੰਮ ਕਰਨਾ। ਤੇ ਆਈ ਥਿੰਕ ਦੈਟ ਇਜ਼ ਵਾਟ ਇਜ਼ ਇੰਪੋਰਟੈਂਟ, ਕੰਡਕਟ ਐਂਡ ਕਨਵਰਸੇਸ਼ਨ ਵਿਚ ਮੇਕਸ ਦ ਕੰਟਰੈਕਟ। ਹਾਂਜੀ, ਮੈਂ ਪੜ੍ਹ ਰਿਹਾ ਸੀ ਇੱਕ ਜਗ੍ਹਾ ਤੇ ਕਿ ਯਾਨੀ ਜਿਹੜੀ ਤੋਬਾ ਅਸੀਂ ਕਹਿੰਦੇ ਹਾਂ ਜਿਹਨੂੰ, ਜੀ, ਠੀਕ ਹੈ, ਤੋਬਾ ਦਾ ਮਤਲਬ ਇਹ ਵੇ ਕਿ ਤੁਹਾਡੇ ਚੇਂਜ ਆਫ ਮਾਈਂਡ, ਨੰਬਰ 1, ਕਿ ਤੁਹਾਡਾ ਮਾਈਂਡ ਚੇਂਜ ਹੁੰਦਾ ਕਿ ਜੋ ਕੁਝ ਤੁਸੀਂ ਅੱਗੇ ਸੋਚ ਰਹੇ ਸੋ ਉਹ ਗਲਤ ਸੀ, ਠੀਕ ਹੈ, ਚੇਂਜ ਆਫ ਮਾਈਂਡ। ਲੇਕਿਨ ਇਹਦੇ ਨਾਲ ਬਹੁਤ ਜ਼ਰੂਰੀ ਹੈ ਕਿ ਚੇਂਜ ਇਨ ਐਕਸ਼ਨ, ਫਿਰ ਤੋਬਾ ਮੁਕੰਮਲ ਹੁੰਦੀ ਹੈ। ਸਿਰਫ ਤੁਸੀਂ ਜ਼ੇਨ ਚੇਂਜ ਕਰ ਲਿਆ, ਤੁਹਾਡੇ ਐਕਸ਼ਨ ਹੋ ਹੀ ਰਹੇ, ਤੇ ਇਹਦਾ ਮਤਲਬ ਹੈ ਕਿ ਤੋਬਾ ਨਹੀਂ ਹੋਈ। ਸੋ ਇਹ ਬੜਾ ਜ਼ਰੂਰੀ ਹੈ ਕਿ ਜਦੋਂ ਅਸੀਂ ਉਹਦੇ ਲੋਕ ਬਣ ਜਾਂਦੇ ਹਾਂ, ਅਸੀਂ ਉਹਦੇ ਲੋਕ ਹੁੰਦੇ ਹਾਂ, ਤੇ ਸਾਡੇ ਚੇਂਜ ਆਫ ਮਾਈਂਡ ਦੇ ਨਾਲ ਸਾਡਾ ਚੇਂਜ ਆਫ ਐਕਸ਼ਨ ਉਹ ਵੀ ਹੋਣ ਦੀ ਜ਼ਰੂਰਤ ਹੈ। ਔਰ ਉਹੀ ਜਿਹੜੀ ਗੱਲ ਤੁਸੀਂ ਕਰਨ ਦੇ ਹੋ ਕਿ ਲੋਕਾਂ ਨੂੰ ਨਜ਼ਰ ਆਉਣਾ ਚਾਹੀਦਾ ਕਿ ਹਾਂ ਬਈ ਚੇਂਜ ਹੈ ਨਾ। ਸੋ ਬੜਾ ਜ਼ਰੂਰੀ ਹੈ ਕਿ ਜਦੋਂ ਅਸੀਂ ਯਾਨੀ ਉਹਨੂੰ ਆਪਣਾ ਨਿਜਾਤ ਦਹਿੰਦਾ ਕਬੂਲ ਕਰਨੇ ਆ, ਜਦੋਂ ਅਸੀਂ ਉਹਨੂੰ ਆਪਣਾ ਕਬੂਲ ਕਰ ਲੈਂਦੇ ਹਾਂ, ਤੇ ਸਾਡੇ ਚੇਂਜ ਆਫ ਮਾਈਂਡ, ਚੇਂਜ ਆਫ ਐਕਸ਼ਨ ਜਿਹੜਾ ਬਹੁਤ ਜ਼ਰੂਰੀ ਹੈ। ਔਰ ਅਗਰ ਨਹੀਂ ਹੁੰਦਾ ਤੇ ਇਹਦਾ ਮਤਲਬ ਹੈ ਕਿ ਸਮਥਿੰਗ ਇਜ਼ ਰੋਂਗ ਦੇਅਰ। ਸੋ ਬੜੀ ਜ਼ਰੂਰੀ ਹੈ ਕਿ ਜਦੋਂ ਅਸੀਂ ਉਹਦੇ ਲੋਕ ਆ ਤੇ ਸਾਡੇ ਕੰਮਾਂ ਤੋਂ, ਸਾਡੇ ਬੋਲਚਾਲ ਤੋਂ ਜ਼ਾਹਰ ਹੋਣਾ ਚਾਹੀਦਾ ਕਿ ਅਸੀਂ ਉਹਦੇ ਲੋਕੀ ਆ। ਜੀ ਬ੍ਰਦਰ ਜੀ, ਤੁਸੀਂ ਕੁਝ ਕਹਿਣਾ ਚਾਹੋ? ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਤੇ ਤੁਸੀਂ ਜਿਹੜੀ ਉਹ ਗੱਲ ਕੀਤੀ ਕੰਡਕਟ ਦੇ ਉੱਤੇ ਤੇ ਕਨਵਰਸੇਸ਼ਨ ਦੇ ਉੱਤੇ, ਤੇ ਮੈਨੂੰ ਨਾ ਉਹ ਯਾਦ ਆ ਗਿਆ ਪ੍ਰਭੂ ਯਿਸੂ ਮਸੀਹ ਦੇ ਬਾਰੇ, ਜਦੋਂ ਉਹਨਾਂ ਦੀ ਮੁਲਾਕਾਤ ਉਹ ਸਾਮਰੀ ਔਰਤ ਦੇ ਨਾਲ ਹੁੰਦੀ ਹੈ, ਹਨਾ ਜੀ ਜੀ, ਤੇ ਉਹ ਸਾਮਰੀ ਔਰਤ ਦੇ ਨਾਲ ਉਹ ਜਿਹੜੀ ਕਨਵਰਸੇਸ਼ਨ ਉਹਨਾਂ ਦੀ ਹੁੰਦੀ ਹੈ ਪ੍ਰਭੂ ਯਿਸੂ ਮਸੀਹ ਦੀ ਤੇ ਉਹਨਾਂ ਦੀ, ਉਹਦੇ ਜਿਹੜੇ ਆ ਕੰਡਕਟ ਦੇ ਵਿੱਚ ਜਿਹੜਾ ਹੈ ਉਹ ਚੇਂਜ ਆਇਆ ਸਾਮਰੀ ਔਰਤ ਦੇ, ਸਹੀ, ਔਰ ਉਹਦੇ ਐਕਸ਼ਨ ਦੇ ਵਿੱਚ ਵੀ ਜਿਹੜੀ ਆ ਉਹ ਚੇਂਜ ਆਈ।
ਔਰ ਉਹਨੇ ਜਦੋਂ ਉਹ ਪ੍ਰਭੂ ਯਿਸੂ ਮਸੀਹ ਕੋਲ ਉਹ ਮੰਗਿਆ ਕਿ ਮੈਨੂੰ ਤੂੰ ਉਹ ਜੀਵਨ ਦਾ ਜਲ ਦੇ ਤੇ ਮੈਂ ਕਦੀ ਧਿਆਈ ਨਾ ਹੋਵਾਂ, ਤੇ ਉਹਨੂੰ ਜਦੋਂ ਉਹ ਮਿਲਿਆ, ਪ੍ਰਭੂ ਯਿਸੂ ਮਸੀਹ ਨੇ ਦਿੱਤਾ, ਤੇ ਉਹ ਉੱਥੋਂ ਤੱਕ ਸੀਮਤ ਨਹੀਂ ਰਹੀ, ਅੱਗੇ ਚਲੀ ਗਿਆ। ਉਹ ਪੂਰੇ ਪਿੰਡ ਨੂੰ ਜਾ ਕੇ ਉਹਨੇ ਇਵੈਂਜਲਾਈਜ਼ ਕਰ ਦਿੱਤਾ। ਉਹਨੇ ਕਿਹਾ ਮੈਨੂੰ ਖ੍ਰਿਸਤੁਸ ਮਿਲ ਗਿਆ ਸਾਡੇ ਹਾਂਜੀ ਹਾਂਜੀ ਬਾਈਬਲ 'ਚ। ਹਾਂ, ਇਹ ਹੈ ਅਸਲੀ ਜਿਹੜੀ ਜੋ ਤੁਹਾਨੂੰ ਮਿਲਿਆ ਹੈ ਉਹਨੂੰ ਅੱਗੇ ਵੰਡਣਾ ਹੈ, ਆਪਣੇ ਤੱਕ ਸੀਮਤ ਨਹੀਂ ਰੱਖਣਾ ਹੈ। ਗੁੱਡ ਨਿਊਜ਼ ਜਿਹੜੀ ਹੈ ਆਪਣੇ ਤੱਕ ਸੀਮਤ ਨਹੀਂ ਰੱਖਣੀ। ਜੇ ਮੈਨੂੰ ਖੁਸ਼ਖਬਰੀ ਮਿਲੀ ਹੈ, ਮੇਰੇ ਜੀਵਨ ਦੇ ਵਿੱਚ ਬਖਸ਼ਿਸ਼ ਮਿਲੀ ਹੈ, ਤੇ ਮੈਨੂੰ ਕੋਈ ਗਿਫਟ ਮਿਲਿਆ ਹੈ, ਤੇ ਉਹ ਗਿਫਟ ਜਿਹੜਾ ਹੈ ਮੈਂ ਅੱਗੇ ਵੰਡਣਾ ਹੈ। ਹਾਂਜੀ, ਉਹੀ ਜਿਹੜੀ ਅਸੀਂ ਗੱਲ ਕੀਤੀ ਗਿਵ ਐਂਡ ਟੇਕ। ਜੇ ਉਹ ਵੰਡਾਂਗੇ ਤੇ ਫਿਰ ਉਹ ਜਿਹੜੀ ਆ ਬਹੁਤ ਸਾਰੀ ਵੱਡੀ ਹਾਰਵੈਸਟ ਜਿਹੜੀ ਹੈ, ਬਹੁਤ ਸਾਰਾ ਅੱਗੇ ਫਲ ਜਿਹੜਾ ਹੈ ਉਹ ਲੈ ਕੇ ਆਏਗਾ। ਤੁਹਾਡੀ ਗੱਲ ਤੋਂ ਮੈਨੂੰ ਯਾਦ ਆਇਆ ਕਿ ਅਸੀਂ ਉਹ ਪੜ੍ਹਨੇ ਆ ਜਦੋਂ ਮਾਲਕ ਇੱਕ ਜਿਹੜਾ ਉਹ ਤੋੜੇ ਦੇ ਕੇ ਗਿਆ, ਇੱਕ ਨੂੰ 10 ਦਿੱਤੇ, ਹਾਂਜੀ ਹਾਂਜੀ ਹਾਂਜੀ, ਇੱਕ ਨੂੰ 5 ਦਿੱਤੇ, ਤੇ ਇੱਕ ਨੂੰ 1 ਦਿੱਤਾ, ਤੇ ਜਿਹਨੇ ਲੈਣ ਦੇਣ ਕੀਤਾ ਉਹਨਾਂ ਦੇ ਤੇ ਡਬਲ ਹੋ ਗਏ, ਤੇ ਜਿਹਨੇ ਦਬਾ ਛੜਿਆ ਉਹਦਾ ਕੁਝ ਵੀ ਨਹੀਂ ਬਣਿਆ। ਸੋ ਬੜੀ ਜ਼ਰੂਰਤ ਹੈ ਕਿ ਅਸੀਂ ਇਹ ਜਿਹੜੇ ਤੋੜੇ ਖੁਦਾ ਨੇ ਸਾਨੂੰ ਦਿੱਤੇ ਨੇ, ਜਿਹੜੀ ਗਿਫਟ ਸਾਨੂੰ ਖੁਦਾ ਨੇ ਦਿੱਤੇ ਨੇ, ਇਹਨਾਂ ਨੂੰ ਦੂਸਰਿਆਂ ਨਾਲ ਸ਼ੇਅਰ ਕਰੀਏ। ਜੀ ਡਾਕਟਰ ਸਾਹਿਬ, ਤੁਸੀਂ ਕੁਝ ਕਹਿਣਾ ਚਾਹੋ? ਨਹੀਂ, ਮੇਰੇ ਖਿਆਲ ਨਾਲ ਆਪਾਂ ਇਨ ਦੀ ਐਂਡ ਗੱਲ ਜਿੱਥੇ ਸ਼ੁਰੂ ਹੋਈ ਸੀ ਕਿ ਪੌਲ ਦੀ ਈਮਾਨ ਦੇ ਨਾਲ ਸ਼ੇਅਰਿੰਗ ਕਰਨਾ, ਪੌਲ ਦਾ ਇੱਕ ਦੂਸਰੇ ਨੂੰ ਇਹ ਕਹਿਣਾ ਕਿ ਇਨਕਰੇਜ ਕਰੀਏ। ਫਿਰ ਪੌਲ ਨੇ ਇਹ ਕਿਹਾ ਕਿ ਸਿਰਫ ਇਨਕਰੇਜ ਹੀ ਨਹੀਂ ਕਰਨਾ, ਆਪਾਂ ਇਸ ਨੂੰ ਅੱਗੇ ਸ਼ੇਅਰ ਵੀ ਕਰਨਾ ਹੈ, ਇਸ ਈਮਾਨ ਨੂੰ। ਔਰ ਇਸ ਈਮਾਨ ਤੋਂ ਮੈਂ ਕਰਜ਼ਦਾਰ ਹਾਂ, ਔਰ ਮੈਂ ਉਸ ਈਮਾਨ ਨੂੰ ਕਰਜ਼ਾ ਲਾਵਾਂਗਾ ਇਸੇ ਤਰ੍ਹਾਂ ਕਿ ਮੈਂ ਅੱਗੇ ਉਹਨੂੰ ਵਧਾਈ ਜਾਵਾਂਗਾ। ਤੇ ਇਨ ਦੀ ਐਂਡ ਇਹ ਸਾਰੀ ਗੱਲ ਜਿਹੜੀ ਉਹਦੀ ਹੈ, ਔਰ ਸਾਰੀ ਸ਼ੁਰੂਆਤ ਦੀ ਲੈਟਰ ਤੋਂ ਇਹ ਗੱਲ ਬੜੀ ਧਿਆਨ ਨਾਲ ਸੀ ਪੂਰੀ ਲੈਟਰ ਜਦੋਂ ਪੜ੍ਹੀ, ਤੁਹਾਡੀ ਗੱਲ ਜਦੋਂ ਸ਼ੁਰੂ ਕੀਤੀ ਕਿ ਦੇਖੋ ਕਿਸੇ ਨੂੰ ਉਹ ਮਿਲਿਆ ਨਹੀਂ। ਹਾਂਜੀ, ਉਸ ਜ਼ਮਾਨੇ 'ਚ ਨਾ ਕੋਈ ਫੋਨ ਸੀਗਾ ਕਿ ਜੀ ਕਿਸੇ ਨਾਲ ਕੋਈ ਫੋਨ ਤੇ ਗੱਲ ਕੀਤੀ ਹੋਏ, ਉਹਦੀ ਨਾ ਕੋਈ WhatsApp ਸੀ, ਨਾ ਕੋਈ ਦੇਖਣ ਦਾ ਤਰੀਕਾ ਸੀ, ਯਾਨੀ ਕਿ ਫੋਨ, ਰਾਈਟ। ਤੇ ਉਹ ਫਿਰ ਵੀ ਉਹਦਾ ਇੱਕ ਈਮਾਨ ਦੇ ਨਾਲ ਐਸਾ ਰਿਲੇਸ਼ਨਸ਼ਿਪ ਸੀਗਾ ਉਹਨਾਂ ਦੇ ਨਾਲ ਕਿ ਉਹ ਏਦਾਂ ਲੱਗਦਾ ਕਿ ਜਿੱਦਾਂ ਉਹ ਇਹਨਾਂ ਦਾ ਇੱਕ ਅੰਸ਼ ਸੀਗਾ ਜਿਹੜਾ ਹੁਣ ਵਿਛੜ ਗਿਆ ਹੈ, ਤੇ ਉਹ ਜਾ ਕੇ ਵਾਪਸ ਉਹਨਾਂ ਨੂੰ ਮਿਲਣਾ ਚਾਹੁੰਦਾ ਹੈ। ਯਾਨੀ ਕਿ ਤੜਫ ਜਿਹੜੀ ਸੀਗੀ ਉਹ ਕਿੰਨੀ ਉਹਦੇ 'ਚ ਐਵੀਡੈਂਟ ਹੈ ਇਸ ਲੈਟਰ ਦੇ ਵਿੱਚ ਥਰੂ ਆਊਟ, ਕਿ ਉਹ ਬਹੁਤ ਹੀ ਜ਼ਿਆਦਾ ਉਹ ਇਮਾਨਦਾਰਾਂ ਦੇ ਨਾਲ ਉਹ ਪਿਆਰ ਕਰ ਰਿਹਾ, ਕਿ ਉਹ ਕਹਿੰਦਾ ਵੀ ਮੈਂ, ਇਸੇ ਕਰਕੇ ਉਹ ਕਹਿੰਦਾ ਵੀ ਤੁਹਾਡਾ ਈਮਾਨ ਜਿਹੜਾ ਹੈ ਪੂਰੀ ਦੁਨੀਆ 'ਚ ਜ਼ਾਹਿਰ ਹੈ, ਮਸ਼ਹੂਰ ਹੈ, ਕਿਉਂਕਿ ਉਹਨੂੰ ਪਤਾ ਸੀ ਕਿ ਇਹਨਾਂ ਨੂੰ ਕਿਸੇ ਨੇ ਜਾ ਕੇ ਕੋਈ ਲੈਸਨ ਨਹੀਂ ਦਿੱਤਾ, ਇਹ ਖੁਦ ਕਨਵਰਟ ਹੋਏ ਨੇ, ਇਹਨਾਂ ਨੇ ਖੁਦ ਆਪਣਾ ਚਰਚਿਸ ਬਣਾਏ ਨੇ, ਇਹਨਾਂ ਨੇ ਮੇਰੇ ਤੋਂ ਜ਼ਿਆਦਾ ਸਟਰੋਂਗ ਚਰਚਿਸ ਬਣਾ ਲਏ ਨੇ, ਐਂਡ ਹੀ ਵਾਂਟਡ ਟੂ ਜਸਟ ਐਨਕਰੇਜ them ਐਂਡ ਐਪਰੀਸ਼ੀਏਟ them। ਬਹੁਤ ਅੱਛੇ ਡਾਕਟਰ ਸਾਹਿਬ, ਤੁਸੀਂ ਸਮ ਅਪ ਕਰ ਦਿੱਤਾ। ਸੋ ਜੀ ਜੋ ਅੱਜ ਅਸੀਂ ਗੱਲ ਕੀਤੀ ਹੈ ਪੌਲ ਦੇ ਉੱਤੇ ਕਿ ਕਿਸ ਤਰ੍ਹਾਂ ਉਹ ਜਦੋਂ ਹਾਲੀ ਉਹਨੇ ਨਹੀਂ ਵੇਖਿਆ ਰੋਮ ਦੇ ਲੋਕਾਂ ਨੂੰ, ਕਿਸ ਤਰ੍ਹਾਂ ਉਹ ਇਨਕਰੇਜ ਕਰਦਾ ਹੈ, ਕਿਸ ਤਰ੍ਹਾਂ ਉਹਨਾਂ ਦੀ ਐਪਰੀਸੀਏਸ਼ਨ ਕਰਦਾ ਹੈ। ਸੋ ਅਸੀਂ ਵੀ ਇਮਾਨਦਾਰ ਹੁੰਦੇ ਹਾਂ, ਕੋਸ਼ਿਸ਼ ਕਰੀਏ ਕਿ ਇੱਕ ਦੂਸਰੇ ਨੂੰ ਇਨਕਰੇਜ ਕਰੀਏ, ਇੱਕ ਦੂਸਰੇ ਨੂੰ ਐਪਰੀਸ਼ੀਏਟ ਕਰੀਏ। ਔਰ ਖਾਸ ਤੌਰ ਤੇ ਜਿਹੜੀ ਗੱਲ ਅਸੀਂ ਸਿੱਖਨੇ ਅੱਜ ਕਿ ਆਪਣੇ ਤੋਂ ਕਰਜ਼ਾ ਲਾਈਏ, ਜਿਹੜਾ ਸਾਡੇ ਉੱਤੇ ਕਰਜ਼ਾ ਚੜਿਆ, ਜੇ ਨਹੀਂ ਲਾਵਾਂਗੇ ਤੇ ਇਹ ਹੋਰ ਚੜਦਾ ਜਾਏਗਾ। ਠੀਕ ਹੈ। ਸੋ ਇਸ ਖੁਸ਼ਖਬਰੀ ਨੂੰ, ਇਹ ਜਿਹੜਾ ਪੈਗਾਮ ਹੈ ਦੂਜਿਆਂ ਤੱਕ ਲੈ ਕੇ ਜਾਈਏ ਕਿ ਖੁਦਾਵੰਦ ਯਿਸੂ ਮਸੀਹ ਇਸ ਦੁਨੀਆ 'ਚ ਤੁਹਾਡੇ ਲਈ ਆਇਆ, ਗੁਨਾਹਗਾਰਾਂ ਨੂੰ ਨਿਜਾਤ ਦੇਣ ਵਾਸਤੇ ਆਇਆ, ਤੇ ਜਿਹੜਾ ਵੀ ਉਹਦੇ ਤੇ ਮੰਨ ਲਾਏਗਾ ਹਲਾਕ ਨਹੀਂ ਹੋਏਗਾ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਏਗਾ। ਸੋ ਇਸ ਮੁਹੱਬਤ ਭਰੇ ਪੈਗਾਮ ਦੇ ਨਾਲ ਅਸੀਂ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ ਮੰਗਦੇ ਹਾਂ। ਸੋ ਉਮੀਦ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਜਿਸ ਤਰ੍ਹਾਂ ਮੈਂ ਸ਼ੁਰੂ 'ਚ ਕਿਹਾ ਕਿ ਤੁਹਾਨੂੰ ਪਸੰਦ ਆਏ, ਜਾਂ ਇਹਦੇ ਬਾਰੇ ਤੁਹਾਡੀ ਕੋਈ ਰਾਏ ਹੋਏ ਤੇ ਜ਼ਰੂਰ ਸਾਨੂੰ ਆਗਾਹ ਕਰੋ ਤਾਂ ਕਿ ਅਸੀਂ ਹੋਰ ਜ਼ਿਆਦਾ ਬਿਹਤਰ ਤੌਰ ਤੇ ਇਹਨੂੰ ਕਰ ਸਕੀਏ। ਸੋ ਜਿਹੜੇ ਅੱਜ ਸਾਡੇ ਨਾਲ ਜੁੜੇ ਰਹੇ ਜਾਂ ਜਿਹੜੇ ਸੁਣਨਗੇ ਬਾਅਦ 'ਚ ਵੀ ਲਾਈਵ ਵੇਖਦੇ ਰਹੇ, ਸਾਨੂੰ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਤੇ ਉਮੀਦ ਹੈ ਕਿ ਅਸੀਂ ਫੇਰ ਇੱਕ ਵਾਰੀ ਮਿਲਾਂਗੇ। ਸਾਡੇ ਸਾਰਿਆਂ ਨੂੰ ਰੱਬ ਰਾਖਾ। ਰੱਬ ਰਾਖਾ।